सारी संगत नूं वाहिगुरू जी का खालसा वाहिगुरू जी की फतेह। श्री गुरु ग्रंथ साहिब दे अंग नंबर 416 ते आसा महला पहला। गुरु नानक देव जी महाराज फरमान करते हैं, तन बिनसै तन का को कहीए, का को किस दा। ਜਦੋਂ ਮਨੁੱਖ ਮਰ ਜਾਂਦਾ ਹੈ ਫਿਰ ਉਹਦਾ ਧਨ ਕਿਹਦਾ ਕਿਹਾ ਜਾਂਦਾ, ਭਾਵ ਉਹਦਾ ਤਾਂ ਨਹੀਂ ਰਹਿੰਦਾ, ਕਿਉਂਕਿ ਮਨੁੱਖ ਦੇ ਜਿੰਨੀਆਂ ਵੀ ਸੰਸਾਰਿਕ ਚੀਜ਼ਾਂ ਨੇ ਮਨੁੱਖ ਦਾ ਸੰਬੰਧ ਉਹਨਾਂ ਨਾਲ ਓਨਾ ਚਿਰ ਹੀ ਹੈ ਜਿੰਨਾ ਚਿਰ ਉਹ ਜਿਉਂਦਾ ਹੈ। ਜਦੋਂ ਉਹਦਾ ਧਨ ਬਿਨਸ ਜਾਂਦਾ ਹੈ ਫਿਰ ਧਨ ਕਹਿੰਦੇ ਕਿਸ ਦਾ ਕਿਹਾ ਜਾਏਗਾ, ਭਾਵ ਬਗਾਨਿਆਂ ਦਾ ਹੋ ਜਾਏਗਾ। ਬਿਨ ਗੁਰ ਰਾਮ ਨਾਮ ਕਤ ਲਹੀ ਹੈ, ਇਸ ਲਈ ਕਹਿੰਦੇ ਬਿਨਾਂ ਗੁਰੂ ਦੇ ਨਾਮ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਹੈ। ਨਾਮ ਜਪਣਾ ਚਾਹੀਦਾ। ਠੀਕ ਹੈ, ਸੰਸਾਰਿਕ ਧਨ ਇਕੱਠਾ ਕਰਨਾ ਚਾਹੀਦਾ, ਲੋੜ ਹੁੰਦੀ ਹੈ, ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਪਾਲਣਾ ਹੁੰਦਾ ਹੈ, ਪਰ ਹਰ ਵਕਤ ਧਨ ਇਕੱਠਾ ਕਰਨ 'ਤੇ ਲੱਗੇ ਨਹੀਂ ਰਹਿਣਾ ਚਾਹੀਦਾ। ਜ਼ਿੰਦਗੀ ਦਾ ਜਿਹੜਾ ਉਦੇਸ਼ ਹੈ ਉਸ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਤਾਂ ਪਰਮਾਤਮਾ ਦੀ ਪ੍ਰਾਪਤੀ ਕਰਨ ਆਇਆ ਹਾਂ। ਉਹ ਫਿਰ ਗੁਰੂ ਤੋਂ ਨਾਮ ਮਿਲਦਾ ਹੈ, ਫਿਰ ਬੰਦਾ ਉਹਦਾ ਨਾਮ ਜਪਦਾ ਹੈ, ਫਿਰ ਉਸ ਨੂੰ ਪ੍ਰਾਪਤੀ ਹੁੰਦੀ ਹੈ। ਇੱਕ ਜਿਵੇਂ ਅੱਜ ਪੁੱਛਦਾ ਸੀ ਵੀ ਮੈਂ ਗੁਰੂ ਨਹੀਂ ਧਾਰਨ ਕੀਤਾ ਜੀ, ਵੀ ਵਾਹਿਗੁਰੂ ਵਾਹਿਗੁਰੂ ਤੁਸੀਂ ਜਪਾਉਂਦੇ ਹੋ। ਮੈਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਦਾ, ਆਪੇ ਫਿਰ ਕਿਸ ਦਿਨ ਵਾਹਿਗੁਰੂ ਕਿਰਪਾ ਕਰ ਦਿੰਦਾ। ਬਸ ਜਦੋਂ ਕਿਰਪਾ ਕਰ ਦੇਗਾ ਆਪੇ ਹੀ ਮਨ ਤਿਆਰ ਹੋ ਜਾਂਦਾ। ਕਹਿਣ ਨਾਲ ਨਹੀਂ ਗੱਲ ਬਣਦੀ ਹੁੰਦੀ, ਆਪੇ ਹੀ ਕਿਰਪਾ ਹੁੰਦੀ ਹੈ। ਸੋ ਸਾਡਾ ਕੰਮ ਹੈ ਪਰਮਾਤਮਾ ਨੂੰ ਕਿਸੇ ਵੀ ਨਾਮ ਨਾਲ ਯਾਦ ਕਰੀ ਜਾਣਾ। ਜਿੰਨੇ ਵੀ ਨਾਮ ਨੇ ਸਭ ਪਰਮਾਤਮਾ ਦੇ ਨਾਮ ਹਨ। ਪਰਮਾਤਮਾ ਦੇ ਗੁਣ ਨੂੰ ਵੇਖ ਕੇ ਕਿਸੇ ਨੇ ਰਾਮ ਕਹਿਤਾ। ਰਾਮ ਦਾ ਮਤਲਬ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਜਿਹੜਾ ਸਭ ਦੇ ਵਿੱਚ ਵਸਦਾ ਹੈ, ਉਹਨੂੰ ਕਹਿੰਦੇ ਨੇ ਰਾਮ। ਇਸ ਤਰ੍ਹਾਂ ਨਾਮ ਰੱਖ ਲੈਣਾ। ਪਰਮਾਤਮਾ ਦਾ ਕੋਈ ਨਾ ਕੋਈ ਗੁਣ ਵੇਖ ਕੇ ਉਹਦਾ ਨਾਮ ਰੱਖ ਲੈ। ਇਸ ਲਈ ਕਹਿੰਦੇ ਰਾਮ ਨਾਮ ਧਨ ਸੰਗ ਸਖਾਈ। ਪਰਮਾਤਮਾ ਦਾ ਨਾਮ ਰੂਪੀ ਧਨ ਜਿਹੜਾ ਨਾ ਇਹ ਸਾਡੇ ਨਾਲ ਜਾਣਾ, ਇਹੀ ਸਖਾ ਸਾਡਾ ਮਿੱਤਰ ਹੈ। ਅਸਲੀ ਮਿੱਤਰ ਪਰਮਾਤਮਾ ਦਾ ਨਾਮ ਹੈ। ਸੰਸਾਰੀ ਮਿੱਤਰ ਉਦੋਂ ਤੱਕ ਨੇ ਜਿੰਨਾ ਚਿਰ ਅਸੀਂ ਜਿਉਂਦੇ ਹਾਂ। ਸਾਰੀਆਂ ਰਿਸ਼ਤੇਦਾਰੀਆਂ ਜਿਉਂਦੀਆਂ ਦੀ ਹੀ ਹਨ। ਮਰਨ ਤੋਂ ਬਾਅਦ ਫਿਰ ਕਹਿੰਦੇ ਨੇ ਕਾਢੋ ਕਾਢੋ ਹੋਈ। ਕੋਈ ਰਾਤ ਰੱਖਣ ਲਈ ਵੀ ਤਿਆਰ ਨਹੀਂ ਹੈਗੇ। ਰਾਤ ਸਿਰਫ ਉਹਨੂੰ ਰੱਖਦੇ ਨੇ ਜਿਹੜੇ ਰਿਸ਼ਤੇਦਾਰ ਦੂਰ ਹੁੰਦੇ ਨੇ, ਵੀ ਉਹ ਅਗਲੇ ਦਿਨ ਤੱਕ ਆ ਜਾਣ, ਉਹਦੇ ਆਲੇ ਦੁਆਲੇ ਬਰਫ਼ ਲਾ ਦਿੰਦੇ ਡੈਡ ਬੋਡੀ ਦੇ। ਨਹੀਂ ਤਾਂ ਜਿਹੜਾ ਹੈ ਅਸਲ ਨਾਲ ਜਿਹੜਾ ਜਾਣਾ ਉਹ ਨਾਮ ਧਨ ਨੇ ਜਾਣਾ। ਉਹ ਇੱਥੇ ਵੀ ਸਹਾਇਤਾ ਕਰਦਾ, ਪਰਮਾਤਮਾ ਦਰ 'ਤੇ ਵੀ ਜਾ ਕੇ ਸਹਾਇਤਾ ਕਰਦਾ। ਅਹਨਸ ਨਿਰਮਲ ਹਰ ਲਿਵ ਰਾਏ। ਫਿਰ ਜਿਹਦੇ ਕੋਲ ਨਾਮ ਧਨ ਹੁੰਦਾ ਹੈ, ਅਹਨਸ ਹੁੰਦਾ ਦਿਨ ਰਾਤ, ਹਰੀ ਨਾਲ ਲਿਵ ਲਾ ਕੇ ਰੱਖਦਾ ਹੈ ਅਤੇ ਫਿਰ ਨਿਰਮਲ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਸਾਨੂੰ ਨਿਰਮਲ ਕਰਦਾ ਹੈ। ਕਿਉਂ? ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਦਾ ਨਾਮ ਨਿਰਮਲ ਹੈ। ਨਿਰਮਲ ਨੇ ਹੀ ਸਾਨੂੰ ਨਿਰਮਲ ਕਰਨਾ ਹੈ। ਮੈਲੇ ਨੇ ਸਾਨੂੰ ਨਿਰਮਲ ਨਹੀਂ ਕਰਨਾ। ਭੈੜੇ ਬੰਦੇ ਨੇ ਸਾਨੂੰ ਚੰਗਾ ਨਹੀਂ ਬਣਾਉਣਾ। ਚੰਗਾ ਬੰਦਾ ਹੀ ਸਾਨੂੰ ਚੰਗਾ ਬਣਾ ਸਕਦਾ ਹੈ। ਇਸ ਲਈ ਜਦੋਂ ਮਨੁੱਖ ਹਰੀ ਨਾਲ ਲਿਵ ਲਾ ਕੇ ਰੱਖਦਾ, ਭਾਵ ਧਿਆਨ ਨਾਲ ਨਾਮ ਜਪਦਾ ਹੈ, ਬੇਧਿਆਨਾ ਨਹੀਂ ਹੁੰਦਾ, ਇਹੀ ਲਿਵ ਲਾਉਣਾ ਹੁੰਦਾ ਹੈ। ਧਿਆਨ ਨਾਲ ਨਾਮ ਜਪੀ ਜਾਣਾ। ਇਸ ਲਈ ਜਿਹੜੇ ਪੁਰਾਤਨ ਸਮੇਂ ਦੇ ਯੋਗੀ ਮਹਾਂਪੁਰਖਾਂ ਨੇ ਉਹਨਾਂ ਨੇ ਸਵਾਸਾਂ ਨਾਲ ਸਿਮਰਨ ਕਰਨ ਦੀ ਕਾਢ ਕੱਢੀ ਸੀ।
ਗੁਰਬਾਣੀ 'ਚ ਵੀ ਹੁੰਦਾ ਸਾਹ ਸਾਹ ਸਿਮਰੋ ਗੋਬਿੰਦ। ਸਵਾਸ ਜਿਹੜੇ ਨੇ ਆਪਣੇ ਆਪ ਆਉਂਦੇ ਜਾਂਦੇ ਨੇ, ਅਸੀਂ ਸਾਹ ਲੈਂਦੇ ਨਹੀਂ, ਉਹ ਆਪੇ ਹੀ ਆ ਜਾਂਦੇ ਨੇ, ਆਪੇ ਹੀ ਜਾਈ ਜਾਂਦੇ। ਦਿਨ ਰਾਤ ਸਵਾਸ ਚੱਲਦੇ ਹਨ। ਜੋ ਸਵਾਸਾਂ ਦੀ ਸਪੀਡ ਹੈ, ਪਹਿਲਾਂ ਵੇਖੀ ਦਾ ਚੌਕੜੀ ਮਾਰ ਕੇ ਬਹਿ ਕੇ ਸਾਹ ਲਓ, ਸਾਹ ਲਿਆ, ਉਸ ਸਪੀਡ ਨਾਲ ਹੀ ਨਾਮ ਜਪਣਾ ਹੈ। ਜੇ ਮੰਨ ਲਓ ਸਾਹ ਵਾਹਿਗੁਰੂ 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 ਵਾਹਿਗੁਰੂ, ਆਮ ਸਾਹ ਆਉਂਦਾ ਫਿਰ ਬਾਹਰ ਜਾਂਦਾ ਹੈ। ਸਾਡੇ ਸਰੀਰ ਦੇ ਅੰਦਰ 6 ਚੱਕਰ ਨੇ। ਯੋਗ ਅਭਿਆਸ ਕਰਨਾ ਕਿ ਇੱਕ ਗੁਦਾ ਚੱਕਰ ਹੈ ਜਿਹੜਾ ਸਾਡੇ ਧਰਤੀ ਨਾਲ ਸਰੀਰ ਲੱਗਾ ਹੋ, ਉੱਥੇ ਉਦੋਂ ਅੱਗੇ ਜਿਹੜਾ ਹੈ ਧੁਨੀ ਦੇ ਥੋੜ੍ਹਾ ਜਿਹਾ ਹੇਠਾਂ ਚੱਕਰ ਹੈ, ਫਿਰ ਹਿਰਦੇ ਦੇ ਵਿੱਚ ਚੱਕਰ ਹੈ, ਫਿਰ ਗਲੇ ਦੇ ਵਿੱਚ ਚੱਕਰ ਹੈ, ਫਿਰ ਮੱਥੇ 'ਚ ਚੱਕਰ ਹੈ, ਅਤੇ ਅਖੀਰਲਾ ਚੱਕਰ ਜਿਹੜਾ ਕਿ ਜਦ ਖੁੱਲ੍ਹਦਾ ਫਿਰ ਸੱਚਖੰਡ ਦੇ ਦਰਵਾਜ਼ੇ ਖੁੱਲ੍ਹ ਜਾਂਦੇ। ਜਦੋਂ ਆਪਾਂ ਹੇਠੋਂ ਸਵਾਸ ਉੱਪਰ ਨੂੰ ਲੈਂਦੇ ਹਾਂ, ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਸ਼ਕਤੀ ਸਾਡੀ ਹੈ, ਜਿਹੜੀ ਹੇਠਾਂ ਨੂੰ ਜਾਣੀ ਸੀ, ਜਦੋਂ ਆਪਾਂ ਸਵਾਸ ਹੇਠੋਂ ਉੱਪਰ ਨੂੰ ਲੈਣਾ ਸ਼ੁਰੂ ਕਰ ਦੇਵਾਂਗੇ, ਸਾਡਾ ਜਿਹੜਾ ਸੈਕਸ ਪ੍ਰਵਿਰਤੀ ਘਟ ਜਾਏਗੀ। ਜਦੋਂ ਅਸੀਂ ਉੱਪਰ ਤੋਂ ਹੇਠਾਂ ਨੂੰ ਲੈਣਾ, ਸਾਡੀ ਸੈਕਸ ਪ੍ਰਵਿਰਤੀ ਵੱਧਦੀ ਹੈ। ਹੇਠੋਂ ਉੱਪਰ ਨੂੰ ਸਾਹ ਜਾਣਾ ਚਾਹੀਦਾ ਹੈ। ਉਹ ਫਿਰ ਕੀ ਹੁੰਦਾ, ਸਮਾਂ ਪਾ ਕੇ ਜਿਹੜਾ ਹੇਠਲਾ ਚੱਕਰ ਹੁੰਦਾ ਹੈ, ਉਸ ਨੂੰ ਫਿਰ ਧੱਕਾ ਵੱਜਦਾ ਅਤੇ ਉਹ ਖੁੱਲ੍ਹ ਜਾਂਦਾ ਹੈ। ਉਹ ਖੁੱਲ੍ਹ ਜਾਂਦਾ, ਉਹਦੇ ਖੁੱਲ੍ਹਣ ਨਾਲ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਹੌਲੀ ਅਸੀਂ ਚੜ੍ਹਦੀ ਕਲਾ 'ਚ ਹੋ ਜਾਂਦੇ ਹਾਂ। ਇਸ ਤਰ੍ਹਾਂ ਫਿਰ ਵਾਰੀ ਵਾਰੀ ਚੱਕਰ ਖੁੱਲ੍ਹੀ ਜਾਂਦੇ ਹਨ। ਯੋਗ ਵਿਦਿਆ ਦੇ ਅਨੁਸਾਰ ਸਾਹ ਧੁਨੀ ਵੱਲੋਂ ਉੱਪਰ ਨੂੰ ਜਾਣਾ ਚਾਹੀਦਾ ਹੈ। ਜਿਹੜਾ ਧੁਨੀ ਤੋਂ 3 ਉਂਗਲਾਂ ਹੇਠਾਂ ਤੋਂ ਸਾਹ ਸ਼ੁਰੂ ਕਰਨਾ ਚਾਹੀਦਾ, 3 ਉਂਗਲਾਂ ਹੇਠਾਂ ਹੀ ਜਾਣਾ ਚਾਹੀਦਾ। ਇੱਥੇ ਸਾਡਾ ਚੱਕਰ ਹੁੰਦਾ, ਉਸ ਨੂੰ ਅਸੀਂ ਖੋਲ੍ਹਣਾ ਹੈ। ਯੋਗੀ ਸਿਰਫ ਸਵਾਸਾਂ ਦੇ ਜ਼ਰੀਏ ਉਸ ਨੂੰ ਖੋਲ੍ਹਦੇ ਹਨ, ਸਿੱਖ ਨੇ ਸਿਮਰਨ ਦੇ ਜ਼ਰੀਏ ਉਸ ਨੂੰ ਖੋਲ੍ਹਣਾ ਹੈ। ਨਿਰੇ ਸਵਾਸਾਂ ਨਾਲ ਵੀ ਤੁਸੀਂ ਭਾਵੇਂ ਸਿਮਰਨ ਨਾ ਕਰੋ, ਕੋਈ ਨਾਂ ਨਾ ਲਓ, ਸਾਹ ਆ ਰਿਹਾ ਜਾ ਰਿਹਾ, ਸਿਰਫ ਤੁਸੀਂ ਇਸ ਨੂੰ ਵੇਖੀ ਜਾਓ ਵੀ ਆਹ ਸਾਹ ਆ ਰਿਹਾ, ਆ ਜਾ ਰਿਹਾ, ਆ ਰਿਹਾ, ਆ ਜਾ ਰਿਹਾ ਹੈ। ਸਿਰਫ ਵੇਖੀ ਜਾਣ ਨਾਲ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਜੋਗੀ ਕੀ ਸਨ, ਇਹ ਸਵਾਸਾਂ ਨਾਲ ਹੀ ਕਰਦੇ ਸੀ ਸਾਰਾ। ਸਿਮਰਨ ਨਾ ਕਰਨ ਕਰਕੇ ਰਿੱਧੀਆਂ ਸਿੱਧੀਆਂ ਇਹਨਾਂ ਕੋਲ ਹੋ ਜਾਂਦੀਆਂ ਸਨ, ਪਰਮਾਤਮਾ ਦੀ ਪ੍ਰਾਪਤੀ ਨਹੀਂ ਸਨ ਕਰ ਸਕਦੇ, ਅਧੂਰੇ ਰਹਿ ਜਾਂਦੇ ਸਨ। ਸਿੱਖ ਧਰਮ ਦੇ ਵਿੱਚ ਹੈ ਕਿ ਸਿਮਰਨ ਦੇ ਨਾਲ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਅਤੇ ਜੇ ਸਿਮਰਨ ਜਿਵੇਂ ਸਾਹ ਸਾਹ ਸਿਮਰੋ ਗੋਬਿੰਦ, ਸਿਮਰਨ ਜਿਹੜਾ ਸਵਾਸਾਂ ਨਾਲ ਕੀਤਾ ਜਾਵੇ, ਉਹਦੇ ਨਾਲ ਕੀ ਹੁੰਦਾ, ਸਾਨੂੰ ਸੁਸਤੀ ਨਹੀਂ ਆਉਂਦੀ। ਉਂਝ ਆਪਾਂ ਕਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ 'ਚ ਸੁਸਤੀ ਆ ਸਕਦੀ ਹੈ। ਇੱਕ ਖਿਆਲ ਕਰਨਾ ਹੈ, ਜਦੋਂ ਤੁਸੀਂ ਸਿਮਰਨ ਕਰ, ਤੁਹਾਡਾ ਸਿਰ ਹੇਠਾਂ ਨੂੰ ਨਹੀਂ ਝੁਕਣਾ ਚਾਹੀਦਾ। ਜੇ ਸਿਰ ਹੇਠਾਂ ਨੂੰ ਝੁਕ ਗਿਆ, ਉਹਦੀ ਨੀਂਦ ਆ ਜਾਣੀ। ਇਹਨੂੰ 90 ਡਿਗਰੀ 'ਤੇ ਸਿੱਧਾ ਹੀ ਰੱਖਣਾ, ਇਸ ਨੂੰ ਝੁਕਣ ਨਹੀਂ ਦੇਣਾ, ਇਸ ਨੂੰ, ਨਹੀਂ ਤਾਂ ਨੀਂਦ ਆਵੇਗੀ। ਸਾਹ ਲੈਣਾ ਹੈ ਵਾਹਿਗੁਰੂ ਵਾਹਿਗੁਰੂ, ਇੱਕ ਕਿਸਰਾ ਹੈ। ਦੂਜਾ ਵਾਹਿਗੁਰੂ, ਵਾਹੇ ਕਿਆ ਸਾਹ ਉੱਪਰ ਨੂੰ ਜਾ ਰਿਹਾ, ਧੁਨੀ ਤੋਂ ਸ਼ੁਰੂ ਕਰਨਾ ਬਾਬਾ, ਵਾਹਿਗੁਰੂ, ਗਲੇ ਤੱਕ ਜਾਏਗਾ, ਵਾਹਿਗੁਰੂ, ਗੁਰੂ ਹੇਠਾਂ ਹੋਣਾ ਚਾਹੀਦਾ ਹੈ।
ਵਾਹਿਗੁਰੂ ਬੋਲੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ। ਜਿਹੜੇ ਚੌਂਕੜੀ ਮਾਰ ਸਕਦੇ ਹੋ, ਗੋਡੇ ਗਾਡੇ ਠੀਕ ਨੇ, ਉਹਨਾਂ ਨੂੰ ਬੇਨਤੀ ਹੈ ਚੌਂਕੜੀ ਮਾਰ ਲਓ। ਜਿਹੜੀਆਂ ਸਾਡੀਆਂ ਲੱਤਾਂ ਨੇ, ਜਿੰਨੀਆਂ ਨਜ਼ਦੀਕ ਹੋਣਗੇ ਸਰੀਰ ਦੇ, ਜਿੰਨੀਆਂ ਲੱਤਾਂ ਤੁਸੀਂ ਜ਼ਿਆਦਾ ਖੋਲ੍ਹ ਕੇ ਰੱਖੋਗੇ ਉਨੀ ਹੀ ਗੜਬੜ ਹੋਏਗੀ। ਆਪਣੀ ਲੱਤਾਂ ਨੂੰ ਨਾਲ ਲਾ ਕੇ ਰੱਖਣਾ। ਫਿਰ ਜਿਹੜਾ ਇਹ ਲੱਤਾਂ ਜੁੜ ਗਈਆਂ ਨੇ, ਸਾਡੀ ਜਿਹੜੀ 10% ਸ਼ਕਤੀ ਹੈ ਉਹ ਬਚ ਗਈ ਹੈ। ਫਿਰ ਆ ਦੋਨੋਂ ਹੱਥ ਐਂ ਜੋੜ ਲੈਣੇ ਇਸ ਤਰ੍ਹਾਂ। ਫਿਰ ਇਹ ਸਰੀਰ ਦੇ ਨਾਲ, ਧੁੰਨੀ ਦੇ ਕੋਲ ਇਹਨੂੰ ਨਾਲ ਲਾ ਕੇ ਰੱਖਣਾ ਹੈ, ਤਾਂ ਜੋ ਸਾਡਾ ਸਰੀਰ ਸਿੱਧਾ ਹੋ ਜਾਵੇ। ਕਿਉਂਕਿ ਪ੍ਰਾਣਾਯਾਮ ਦੇ ਵਿੱਚ ਜ਼ਰੂਰੀ ਹੈ ਸਰੀਰ ਦਾ ਸਿੱਧਾ ਹੋਣਾ, ਤਾਂ ਜੋ ਸਵਾਸ ਅੜਨ ਨਾ ਰਾਹ ਦੇ ਵਿੱਚ ਹਨ। ਫਿਰ ਜਿਹੜਾ ਹੈ, ਫਿਰ ਹੇਠੋਂ ਸ਼ੁਰੂ ਕਰਨਾ। ਵਾਹੇ ਕਹਿਣਾ, ਗਲੇ ਤੱਕ ਸਾਹ ਜਾਏਗਾ, ਠੀਕ ਹੈ। ਫਿਰ ਗੁਰੂ ਕਹਿਣਾ, ਗਲੇ ਤੋਂ ਹੇਠਾਂ ਢੁੱਡੀ ਤੱਕ ਸਾਹ ਆਵੇਗਾ। ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਅਭਿਆਸ ਕਰ ਲਓ। ਪਹਿਲਾਂ ਥੋੜ੍ਹੇ ਤੋਂ ਸ਼ੁਰੂ ਕਰ ਲੈਣਾ, ਦੇਖਿਆ ਸਰੀਰ ਥੱਕਣ ਲੱਗੇ ਆਰਾਮ ਕਰ ਲਓ। ਫਿਰ ਕੋਈ ਮਿੰਟਾਂ ਬਾਅਦ ਫਿਰ ਸ਼ੁਰੂ ਕਰ ਲਓ। ਜਿੰਨੀ ਤੁਹਾਡੀ ਉਮਰ ਹੈ ਉਨੇ ਮਿੰਟ ਤੁਸੀਂ ਲਾਉਣੇ ਹੀ ਲਾਉਣੇ ਹਨ। ਇੱਕ ਵਾਰ 'ਚ ਕਰ ਲਓ, 2 ਵਾਰ 'ਚ ਕਰ ਲਓ। ਹੱਥ ਜੁੜੇ ਹੋਣੇ ਚਾਹੀਦੇ ਨੇ, ਪੈਰ ਇਕੱਠੇ ਕੀਤੇ ਹੋਣੇ ਚਾਹੀਦੇ ਨੇ। ਹਾਂ, ਅਗਰ ਗੋਡੇ ਕੰਮ ਨਹੀਂ ਕਰਦੇ, ਤੁਸੀਂ ਸੋਫੇ 'ਤੇ ਬੈਠ ਸਕਦੇ ਹੋ, ਕੁਰਸੀ 'ਤੇ ਬੈਠ ਕੇ ਤੁਸੀਂ ਕਰ ਸਕਦੇ ਹੋ। ਉਦੋਂ ਕੀ ਹੋਏਗਾ, ਤੁਹਾਡੇ ਪੈਰ 'ਤੇ ਨਹੀਂ ਜੁੜ ਸਕਣਗੇ, ਪਰ ਤੁਸੀਂ ਹੱਥ 'ਤੇ ਜੋੜ ਸਕਦੇ ਹੋ। ਅੱਖਾਂ ਬੰਦ ਕਰਨੀ। ਸਾਡੇ ਅੰਦਰ 100% ਸ਼ਕਤੀ ਹੈ। ਉਸੇ ਸ਼ਕਤੀ ਨੂੰ ਹੀ ਅਸੀਂ ਜਗਾਉਣਾ ਹੈ। ਉਹਨੂੰ ਕੁੰਡਲਨੀ ਕਹਿੰਦੇ ਨੇ। ਸ਼ਕਤੀ ਨੂੰ ਅਸੀਂ ਜਗਾਉਣਾ ਹੈ। 10% ਸ਼ਕਤੀ ਖੁੱਲ੍ਹੇ ਹੱਥਾਂ ਨਾਲ ਬਾਹਰ ਨਿਕਲਦੀ ਹੈ। 10% ਸ਼ਕਤੀ ਖੁੱਲ੍ਹੇ ਪੈਰਾਂ ਨਾਲ ਬਾਹਰ ਨਿਕਲਦੀ ਹੈ। 80% ਸ਼ਕਤੀ ਖੁੱਲ੍ਹੀਆਂ ਅੱਖਾਂ ਨਾਲ ਬਾਹਰ ਨਿਕਲਦੀ ਹੈ। ਜਦੋਂ ਤੁਸੀਂ ਪੈਰ, ਹੱਥ, ਅੱਖਾਂ ਬੰਦ ਕਰ ਲੈਂਦੇ ਹੋ, ਹੱਥ ਜੋੜ ਲੈਂਦੇ ਹੋ, ਪੈਰ ਇਸ ਤਰ੍ਹਾਂ ਇਕੱਠੇ ਕਰ ਲੈਂਦੇ ਹੋ, ਸਾਰੀ ਦੀ ਸਾਰੀ ਸ਼ਕਤੀ ਤੁਹਾਡੇ ਅੰਦਰ ਹੈ। ਹੁਣ ਉਸ ਨੂੰ ਅਸੀਂ ਸਵਾਸਾਂ ਦੇ ਰਾਹੀਂ ਜਿਹੜੀ ਆਪਣੀ ਕੁੰਡਲੀ ਉਹ ਜਾਗਰਤ ਕਰਨੀ ਹੈ। ਜਦੋਂ ਅੰਦਰ ਸ਼ਕਤੀ ਜਾਗਰਤ ਹੋ ਜਾਂਦੀ ਹੈ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਬੰਦੇ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਿਮਰਨ ਕਰਨਾ ਹੈ ਇਸ ਅਵਸਥਾ 'ਚ ਬੈਠ ਕੇ, ਅਗਰ ਸਰੀਰ ਆਗਿਆ ਦੇਵੇ। ਇਹਦੇ ਨਾਲ ਤੁਹਾਨੂੰ ਸੁਸਤੀ ਵੀ ਘੱਟ ਆਵੇਗੀ, ਕਿਉਂਕਿ ਜਿਹੜਾ ਤੁਸੀਂ ਸਾਹ ਲੈ ਰਹੇ ਹੋ ਉਸ ਵੱਲ ਵੇਖੀ ਜਾਣਾ ਹੈ। ਵਾਹਿਗੁਰੂ ਐ ਕਹਿੰਦੇ ਵੀ ਇਹ ਸਾਹ ਉੱਪਰ ਨੂੰ ਜਾ ਰਿਹਾ, ਇਹ ਹੇਠਾਂ ਨੂੰ ਆ ਰਿਹਾ ਹੈ। ਵਾਹਿਗੁਰੂ ਵਾਹਿਗੁਰੂ ਉੱਚੀ ਬੋਲੋਗੇ ਠੀਕ ਰਹੇਗਾ। ਵਾਹਿਗੁਰੂ 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 ਵਾਹਿਗੁਰੂ। ਜਦੋਂ ਨੀਂਦ ਆਉਣ ਲੱਗੇ ਨਾ, ਫਿਰ ਬੋਲ ਕੇ ਲੱਗ ਜਾਓ, ਨਹੀਂ ਤਾਂ ਮਨ 'ਚ ਕਰਦੇ ਰਹੋ। ਕਿਤੇ ਮਨ 'ਚ ਕਰਦੇ ਰਹੋ। ਦੇਖਿਆ ਨੀਂਦ ਆਉਣ ਲੱਗੇ, ਬੋਲ ਕਰਨ ਲੱਗੇ। ਜਿਵੇਂ ਬੱਚੇ ਬੋਲ ਕੇ ਪੜ੍ਹਦੇ ਨੇ, ਉਹਨਾਂ ਨੂੰ ਛੇਤੀ ਯਾਦ ਹੁੰਦਾ।
ਕੋਈ ਜਿੰਨੀ ਉੱਚੀ ਆਵਾਜ਼ ਹੁੰਦੀ ਉਹ ਕੰਨਾਂ ਟਕਰਾਉਂਦੀ ਹੈ, ਸਾਡਾ ਧਿਆਨ ਫਿਰ ਉਹ ਸੁਣਨ ਵੱਲ ਚਲੇ ਜਾਂਦਾ ਹੈ। ਇਸ ਲਈ ਪਹਿਲਾਂ ਬੋਲ ਬੋਲ ਕੇ ਅਭਿਆਸ ਕਰਨਾ। ਬਹੁਤਾ ਹਰ ਇੱਕ ਨਹੀਂ ਬੋਲ ਸਕਦਾ, ਉਹਦਾ ਜਿਹੜਾ ਹੈ ਕਿ ਗਲਾ ਨਾ ਖਰਾਬ ਕਿਤੇ ਹੋ ਜਾਏ। ਜਿੰਨਾ ਕੁ ਬੋਲ ਸਕਦੇ ਹੋ ਉਨਾ ਕੁ ਬੋਲ ਕੇ ਕਰਨਾ, ਫਿਰ ਇਸ ਤਰ੍ਹਾਂ ਮਨ 'ਚ ਕਰਦੇ ਰਹਿਣਾ ਹੈ। ਹੌਲੀ ਹੌਲੀ ਫਿਰ ਕੁਝ ਦਿਨਾਂ ਬਾਅਦ ਸਾਡੀ ਉਹ ਆਦਤ ਉਸ ਤਰ੍ਹਾਂ ਪੱਕ ਜਾਏਗੀ। ਫਿਰ ਤੁਸੀਂ ਸਹਿ ਸੁਭਾਅ ਬੈਠੀ ਹੋ ਚੌਂਕੜੀ ਮਾਰ ਕੇ ਵਿਹਲੇ, ਇਹ ਆਪਣੇ ਆਪ ਹੀ ਚੱਲੀ ਜਾਏਗਾ। ਵਾਹਿਗੁਰੂ ਉਸ ਚੱਲੀ ਉਸੇ ਸਪੀਡ ਨਾਲ ਚੱਲਦਾ ਰਹੇਗਾ। ਸੋ ਰੋਜ਼ ਅਭਿਆਸ ਕਰਨਾ। ਪ੍ਰਾਣਾਯਾਮ ਨੇ ਕਿਹਾ ਜਿੰਨੀ ਤੁਹਾਡੀ ਉਮਰ ਹੈ ਉਨੇ ਮਿੰਟ ਕਰਨਾ ਹੀ ਕਰਨਾ ਹੈ। ਕਈ ਸਾਲ ਪਹਿਲਾਂ ਮੈਂ ਓਸ਼ੋ ਰਜਨੀਸ਼ ਦੀ ਕਿਤਾਬ ਪੜ੍ਹੀ, ਧਿਆਨ ਯੋਗ। ਉਹਦੇ ਜਿਵੇਂ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀ, ਉਹ ਵੀ ਉਹਨੇ ਢੰਗ ਦੱਸਿਆ ਸੀ ਵੀ ਧੱਬਾ ਲਾ ਲਓ ਕੰਧ 'ਤੇ, ਸ਼ਰਤ ਇਹ ਕੰਧ 'ਤੇ ਚਿੱਟਾ ਪੇਂਟ ਹੋਇਆ ਹੋਣਾ ਚਾਹੀਦਾ, ਹੋਰ ਨਹੀਂ ਕੋਈ ਦਿਸਣਾ ਚਾਹੀਦਾ ਉਸ 'ਤੇ, ਉਹ ਲਾ ਲਓ। ਜਾਂ ਸਿਰਫ ਆਪਣੇ ਸਵਾਸਾਂ ਨੂੰ ਵੇਖਦੇ ਰਹੋ ਵੀ ਇਹ ਆਹ ਸਾਹ ਉੱਪਰ ਨੂੰ ਜਾ ਰਿਹਾ, ਆਹ ਹੇਠਾਂ ਨੂੰ ਆ ਰਿਹਾ, ਆਹ ਜਾ ਰਿਹਾ, ਆਹ ਹੇਠਾਂ ਆ ਰਿਹਾ। ਮੈਂ ਤਜਰਬਾ ਕੀਤਾ ਉਹ ਧੱਬੇ ਵਾਲਾ। ਕੋਈ ਦਿਨਾਂ ਬਾਅਦ ਉਹਦੇ ਵਿੱਚ ਲਾਈਟਾਂ ਨਿਕਲ ਲੱਗ ਗਏ, ਤੜਿਕ 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 ਹੋਣ ਲੱਗ ਪਏ। ਮੈਨੂੰ ਪਤਾ ਜੋ ਹੁੰਦਾ ਉਹੀ ਜਾਣ ਦਿਓ। ਇਸ ਤਰ੍ਹਾਂ ਕਰਦਿਆਂ ਮੇਰੇ ਅੰਦਰ ਗੁਰੂ ਮਹਾਰਾਜ ਬੋਲਣ ਲੱਗ ਪਏ। ਮੈਂ ਕਿਸੇ ਦੇ ਘਰ ਵੜਦਾ ਸੀ, ਇੱਕਦਮ ਅੰਦਰੋਂ ਮੇਰੇ ਅੰਦਰ ਕੋਈ ਬੈਠਾ ਬੋਲਦਾ ਸੀ। ਜਿਵੇਂ ਇਹ ਸਰਦਾਰ ਬਲਜੀਤ ਸਿੰਘ, ਉਹ ਤਾਂ ਹਿੰਦੂ ਜੈਂਟਲਮੈਨ ਹੁੰਦੇ ਸਨ, ਰਜਨੀ ਹੋਰੀ, ਇਹਨਾਂ ਦੇ ਘਰ ਮੈਂ ਜੋ ਗਿਆ, ਮੈਨੂੰ ਗੁਰੂ ਮਹਾਰਾਜ ਕਹਿੰਦੇ ਇਹਨਾਂ ਦੇ ਦੋਨੋਂ ਬੱਚੇ ਬਿਮਾਰ ਰਹਿੰਦੇ ਨੇ। ਮੈਂ ਕਿਹਾ ਤੁਹਾਡੇ ਦੋਨੋਂ ਬੱਚੇ ਬਿਮਾਰ ਨੇ? ਕਹਿੰਦੇ ਬਾਬਾ ਜੀ ਅਸੀਂ ਨਾ ਬਹੁਤ ਦੁਖੀ ਹੋ ਗਏ, ਇੱਕ ਠੀਕ ਹੁੰਦਾ ਦੂਜਾ ਬਿਮਾਰ ਦਾ, ਦੂਜਾ ਠੀਕ ਹੁੰਦਾ ਪਹਿਲਾ ਬਿਮਾਰ ਦਾ, ਸਾਡੀ ਸਾਰੀ ਤਨਖਾਹ ਇਹਨਾਂ 'ਤੇ ਲੱਗ ਜਾਂਦੀ। ਫਿਰ ਅੰਦਰੋਂ ਫਿਰ ਮੈਨੂੰ ਆਵਾਜ਼ ਆਈ, ਇਹਨਾਂ ਨੂੰ ਸੁਖਨੀ ਸਾਹਿਬ ਦੇ ਪਾਠ ਦਿਓ, ਇਹ ਜਲ ਪਿਲਾਇਆ ਕਰਨ। 3 ਚਲੀਹੇ ਕੀਤੇ, ਬੱਚੇ 9 ਬਰ 9 ਹੋ ਗਏ। ਫਿਰ ਪਤਾ ਨਹੀਂ ਕੀ ਹੋਇਆ, ਮੈਂ ਕਿਹਾ ਵੀ ਐ ਪਰਮਾਤਮਾ ਨਹੀਂ ਮਿਲਣਾ ਹੈ, ਰਿਧੀਆਂ ਸਿੱਧੀਆਂ ਤਾਂ ਮਿਲ ਜਾਣਗੀਆਂ, ਰੱਬ ਨਹੀਂ ਮਿਲਣਾ। ਫਿਰ ਮੈਂ ਸਿਮਰਨ ਕਰਨਾ ਸ਼ੁਰੂ ਕਰਤਾ, ਨਹੀਂ ਤਾਂ ਮੈਂ ਨੇੜੇ ਪਹੁੰਚ ਚੱਲਿਆ ਸੀ ਉਂਝ, ਪਰ ਕਿਉਂਕਿ ਜੇ ਭਾਗਾਂ 'ਚ ਨਹੀਂ ਸੀ ਨਾ, ਇਸ ਲਈ ਫਿਰ ਉਹ ਮੋੜਾ ਪੈ ਗਿਆ। ਫਿਰ ਇਸ ਤਰ੍ਹਾਂ ਲੱਗਿਆ ਕਰ ਮੈਂ ਵੀ ਉਹਦੇ ਤਾਂ ਰਿਧੀਆਂ ਸਿੱਧੀਆਂ ਤਾਂ ਪ੍ਰਾਪਤ ਹੋ ਜਾਣਗੀਆਂ, ਪਰ ਜਿਹੜੀ ਗੱਲ ਅਸੀਂ ਬਣਾਉਣੀ ਹੈ ਪਰਮਾਤਮਾ ਦੀ ਪ੍ਰਾਪਤੀ, ਫਿਰ ਉਹ ਨਹੀਂ ਹੋਣੀ। ਉਸੇ 'ਚ ਹੀ ਬੰਦਾ ਉਲਝ ਕੇ ਰਹਿ ਜਾਂਦਾ ਹੈ। ਕਿਉਂ ਜੋ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਫਿਰ ਮਾਨਤਾ ਸ਼ੁਰੂ ਹੋ ਜਾਂਦੀ ਹੈ। ਜਦੋਂ ਮਾਨਤਾ ਸ਼ੁਰੂ ਹੁੰਦੀ ਹੈ, ਫਿਰ ਲੋਕ ਕੋੜੇ ਸ਼ੁਰੂ ਹੋ ਜਾਂਦੇ ਨੇ, ਫਿਰ ਭਜਨ ਬੰਦਗੀ ਨੂੰ ਟਾਈਮ ਬਹੁਤ ਘੱਟ ਬਚਦਾ ਹੈ। ਇਸ ਲਈ ਦੋਨੋਂ ਹੀ ਕੰਮ ਹੋ ਜਾਣਗੇ। ਜਦੋਂ ਅਸੀਂ ਸਵਾਸਾਂ ਨਾਲ ਕਰਾਂਗੇ, ਇਹ ਛੇਤੀ ਸਾਨੂੰ ਪ੍ਰਾਪਤੀ ਹੋਵੇਗੀ। ਅਭਿਆਸ ਤੁਸੀਂ ਘਰ ਕਰਦੇ ਰਹਿਣਾ ਹੈ, ਕਦੇ ਕਦੇ ਇੱਥੇ ਵੀ ਕਰਾਉਂਦੇ ਰਹਾਂਗੇ। ਸੰਡੇ ਤੱਕ ਤੁਸੀਂ ਆਪਣਾ ਅਭਿਆਸ ਕਰ ਲਓ, ਤਾਂ ਜੋ ਫਿਰ ਸੰਡੇ ਨੂੰ ਆਪਾਂ ਇੱਥੇ ਕਾਫੀ ਸਮਾਂ ਲਵਾਂਗੇ, ਰਲ ਕੇ ਕਰਾਂਗੇ। ਕਿਉਂਕਿ ਜਿਹੜੇ ਇਕੱਠੇ ਹੋ ਕੇ ਸਿਮਰਨ ਕਰਦੇ ਬੰਦੇ, ਉਹਦੇ ਵਿੱਚ ਕੀ ਹੁੰਦਾ, ਮੇਰੇ ਦੁਆਲੇ ਵੀ ਸਿਮਰਨ ਦਾ ਚੱਕਰ ਹੈ, ਤੁਹਾਡੇ ਦੁਆਲੇ ਵੀ ਹੋਏਗਾ, ਉਹਦੇ ਦੁਆਲੇ ਇੱਕ ਆਭਾ ਮੰਡਲ ਪੂਰਾ ਹੋ ਜਾਏਗਾ। ਉਹ ਜਿਹੜਾ ਹੈ ਸਿਮਰਨ ਦੀ ਗੂੰਜ ਆਲੇ ਦੁਆਲੇ। ਤੁਸੀਂ ਗਲੀ 'ਚ ਜਾ ਰਹੇ ਹੋ, ਹੋਰ ਵਸਤਾ, ਜਿਉਂ ਹੀ ਤੁਸੀਂ ਗੁਰਦੁਆਰੇ ਐਂਟਰ ਕਰਦੇ ਹੋ, ਫਰਕ ਪੈਂਦਾ ਕਿ ਨਹੀਂ? ਕਿਉਂਕਿ ਉੱਥੇ ਸਿਮਰਨ ਦਾ, ਬਾਣੀ ਦਾ ਉਹ ਚੱਕਰ ਚੱਲ ਰਿਹਾ ਹੁੰਦਾ ਹੈ, ਅਸੀਂ ਉਹਦੇ ਵਿੱਚ ਆ ਜਾਂਦੇ। ਜਿਉਂ ਹੀ ਉਸ ਵਾਯੂ ਮੰਡਲ ਦੇ ਵਿੱਚ ਅਸੀਂ ਆਉਂਦੇ ਹਾਂ, ਸਾਨੂੰ ਰੱਬ ਯਾਦ ਆਉਣਾ ਸ਼ੁਰੂ ਹੋ ਜਾਂਦਾ। ਇਸ ਪ੍ਰਤਾਵਾ ਹੈ, ਫਿਰ ਆਪਾਂ ਕੋਸ਼ਿਸ਼ ਕਰਾਂਗੇ। ਸੋ ਗੁਰੂ ਮਹਾਰਾਜ ਕਹਿੰਦੇ ਰਾਮ ਨਾਮ ਬਿਨ ਕਵਨ ਹਮਾਰਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅਸਲ ਸਾਡਾ ਕੌਣ ਹੈ? ਪਰਮਾਤਮਾ ਦਾ ਨਾਮ ਹੀ ਲੋਕ ਪਰਲੋਕ 'ਚ ਸਹਾਇਤਾ ਕਰਦਾ ਹੈ। ਰਿਸ਼ਤੇਦਾਰ, ਧੀ ਪੁੱਤਰ ਕੋਈ ਗਰੰਟੀ ਨਹੀਂ ਕਿ ਸਾਡੇ ਮਰਨ ਤੱਕ ਸਾਡਾ ਸਾਥ ਦੇਣਗੇ। ਬੜੀ ਦੁਨੀਆ ਹੈ ਜਿਹੜੇ ਕੋ ਓਲਡ ਏਜ ਹੋਮ ਕਿਉਂ ਖੁੱਲ੍ਹੇ ਨੇ, ਵੀ ਲੋਕਾਂ ਨੇ ਬੁੜਿਆਂ ਨੂੰ ਸਾਂਭਣਾ ਬੰਦ ਕਰ ਦਿੱਤਾ ਹੈ। ਕਈ ਵਾਰੀ ਬੜੀ ਤਰਸਯੋਗ ਹਾਲਤ ਬਜ਼ੁਰਗਾਂ ਦੀ ਹੋ ਜਾਂਦੀ ਹੈ।
ਦੋ ਪੁੱਤਰ ਨੇ, ਉਹ ਕਹਿੰਦਾ ਤੂੰ ਸਾਂਭ, ਉਹ ਕਹਿੰਦਾ ਤੂੰ ਸਾਂਭ। ਕੋਈ ਵੀ ਸਾਂਭਣ ਨੂੰ ਤਿਆਰ ਨਹੀਂ ਹੁੰਦਾ। ਕਈ ਵਾਰੀ ਪਹਿਲਾ ਪਰਿਵਾਰ ਵੱਡੇ ਹੁੰਦੇ ਸਨ, ਕੋਈ ਨਾ ਕੋਈ ਮਾਂ ਬਾਪ ਨੂੰ ਸਾਂਭ ਲੈਂਦਾ ਹੁੰਦਾ ਸੀ, ਪਿਤਾ ਪੁਰਖੀ ਕੰਮ ਹੁੰਦੇ ਸਨ। ਹੁਣ ਦੋਨੋਂ ਜੀ ਸਰਵਿਸ ਕਰਦੇ ਨੇ, ਉਹਨਾਂ ਕੋਲੇ ਬਜ਼ੁਰਗਾਂ ਨੂੰ ਸਾਂਭਣ ਨੂੰ ਸਮਾਂ ਹੀ ਨਹੀਂ ਹੁੰਦਾ ਹੈ। ਕਈ ਵਾਰੀ ਬੱਚੇ ਤੁਹਾਨੂੰ ਕਹਿਣਗੇ ਕੋਈ ਨਹੀਂ ਡੈਡੀ ਮੰਮੀ ਬਾਹਰ ਆ ਜਾਓ ਤੁਸੀਂ ਸਾਡੇ ਕੋਲ। ਬਾਹਰ ਤਾਂ ਬਿਲਕੁਲ ਵੀ ਟਾਈਮ ਨਹੀਂ ਹੈ ਕਿਸੇ ਕੋਲੇ ਬਜ਼ੁਰਗਾਂ ਨੂੰ ਸਾਂਭਣ ਲਈ। ਇਹ ਤਾਂ ਇੱਥੇ ਤਾਂ ਜੇ ਸਾਂਭ ਸੁਭਣੇ, ਬਾਹਰ ਤੁਹਾਨੂੰ ਕਿਸੇ ਨੇ ਸਾਂਭਣਾ ਕਿਸੇ ਭੁਲੇਖੇ 'ਚ ਹੋਵੋ। ਉਹ ਤਾਂ ਸਾਰ ਦਿਨ ਕੰਮ ਕਰਕੇ ਥੱਕੇ ਟੁੱਟੇ ਆਉਣਗੇ, ਹੈਲੋ ਮੰਮਾ, ਹੈਲੋ ਡੈਡੀ, ਬੁਲਾਇਆ, ਆਪਣੀ ਰੋਟੀ ਖਾਧੀ, ਸੌਂ ਗਏ, ਸਵੇਰੇ ਉੱਠ ਕੇ ਫਿਰ ਤੁਰ ਗਏ। ਅਤੇ ਤੁਸੀਂ ਡਿਪਰੈਸ਼ਨ 'ਚ ਚਲੇ ਗਏ ਕੰਧਾਂ ਨਾਲ ਗੱਲਾਂ ਕਰ ਕਰਕੇ। ਅੰਗਰੇਜ਼ੀ ਤੁਹਾਨੂੰ ਆਉਣੀ ਕੋਈ ਨਹੀਂ, ਬਾਜ਼ਾਰ ਤੁਸੀਂ ਜਾ ਨਹੀਂ ਸਕਦੇ ਹੈਗੇ। ਜਾਏ ਤਾਂ ਜਾਏ ਕਹਾਂ। ਇਸ ਲਈ ਰਾਮ ਨਾਮ ਬਿਨ ਕਵਨ ਹਮਾਰਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡਾ ਕਹਿੰਦੇ ਕੌਣ ਹੈ। ਸੁਖ ਦੁੱਖ ਸਮ ਕਰ, ਨਾਮ ਨਾ ਛੋਡੋਂ, ਆਪੇ ਬਖਸ਼ ਮਿਲਾਵਨ ਹਾਰਾ। ਸੁਖ ਹੋ ਦੁੱਖ ਹੋ, ਸਮ ਹਿੰਦੀ ਦਾ ਸ਼ਬਦ ਹੈ ਬਰਾਬਰ। ਸਮ ਮੈਨ ਬਰਾਬਰ, ਜਿਵੇਂ ਇੰਗਲਿਸ਼ ਦੇ ਐ ਦੋ ਲਾਈਨ ਉਹਨੂੰ ਕਹਿੰਦੇ ਈਕੁਅਲ, ਉਹਨੂੰ ਕਹਿੰਦੇ ਹਿੰਦੀ ਸਮ। ਮੈਂ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਸਮਝਾਂਗਾ। ਨਾਮ ਨਾ ਛੋਡੋ, ਨਾਮ ਨਹੀਂ ਛੱਡਾਂਗਾ। ਦੁੱਖ ਆਓ ਸੁੱਖ ਆਓ, ਨਾਮ ਜਪਦਾ ਰਹਾਂਗਾ। ਆਪੇ ਬਖਸ਼ ਮਿਲਾਵਣ ਹਾਰਾ, ਪਰਮਾਤਮਾ ਮਿਲਾਉਣ ਵਾਲਾ ਹੈ, ਆਪੇ ਮੈਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਵੇਗਾ। ਰਹਾਓ ਕਾਨਿਕ ਕਾਮਨੀ ਹੇਤ ਗਵਾਰਾ, ਦੁਬਿਧਾ ਲਾਗੇ ਨਾਮ ਵਿਸਰ। ਕਾਨਿਕ ਹਿੰਦੀ ਦਾ ਸ਼ਬਦ ਹੈ ਸੋਨਾ, ਕਾਮਨੀ ਵੀ ਹਿੰਦੀ ਸ਼ਬਦ ਹੈ ਔਰਤ। ਹੇਤ ਹੁੰਦਾ ਪਿਆਰ ਕਰਨਾ, ਗਵਾਰਾ ਮੂਰਖ। ਹੈ ਮੂਰਖਾ, ਤੂੰ ਰੱਬ ਨੂੰ ਪਿਆਰ ਨਹੀਂ ਕਰਦਾ, ਸੋਨਾ ਭਾਵ ਧਨ ਦੌਲਤ ਅਤੇ ਔਰਤ ਨੂੰ ਪਿਆਰ ਕਰਦਾ ਹੈ। ਦੁਬਿਧਾ ਲਾਗੇ ਨਾਮ ਵਿਸਾਰਾ, ਬੰਦਾ ਦੁਬਿਧਾ ਦੇ ਵਿੱਚ ਹੈ, ਉਹਨੂੰ ਸਮਝ ਨਹੀਂ ਆਉਂਦੀ ਮੈਂ ਕਿਸ ਪਾਸੇ ਜਾਵਾਂ, ਮਾਇਆ ਵਾਲੇ ਪਾਸੇ ਜਾਵਾਂ ਕਿ ਨਾਮ ਵਾਲੇ ਪਾਸੇ ਜਾਵਾਂ। ਜੇ ਕਿਤੇ ਸਤ ਸੰਗਤ ਕਰਦਾ ਤਾਂ ਉੱਥੇ ਹੁੰਦਾ ਵੀ ਨਾਮ ਜਪਣਾ ਚਾਹੀਦਾ ਹੈ। ਦੂਜਿਆਂ ਕੋਲ ਜਾਂਦਾ ਉਹ ਨਾਮ 'ਚ ਕਿਹਾ ਪਿਆ, ਪੈਸਾ ਹੋਣਾ ਚਾਹੀਦਾ ਕੋਲ, ਦੁਬਿਧਾ 'ਚ ਰਹਿੰਦਾ ਹੈ। ਦੁਬਿਧਾ ਹੋਣ ਕਰਕੇ ਉਹ ਕਿਸੇ ਸਿਰੇ ਨਹੀਂ ਲੱਗਦਾ। ਕਹਿੰਦੇ ਦੁਬਿਧਾ ਵੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ, ਨਾ ਮਾਇਆ ਮਿਲੀ ਨਾ ਰਾਮ। ਸਿੱਖ ਧਰਮ ਦੇ ਵਿੱਚ ਦੋਨੋਂ ਚੀਜ਼ਾਂ ਹੀ ਚਾਹੀਦੀਆਂ ਹਨ। ਅਸੀਂ ਨਾ ਨਾਮ ਦਾ ਤਿਆਗ ਕਰਨਾ, ਨਾ ਮਾਇਆ ਦਾ ਤਿਆਗ ਕਰਨਾ। ਸਾਨੂੰ ਗੁਰੂ ਨਾਨਕ ਦਾ ਹੁਕਮ ਹੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਹਿੰਦੁਸਤਾਨ 'ਚ ਕਰੋੜਾਂ ਲੋਕ ਸਨ ਜਿਹੜੇ ਕੋਈ ਕੰਮ ਨਹੀਂ ਸਨ ਕਰਦੇ। ਕੋਈ ਮੰਗਤੇ ਨੇ, ਕਈ ਸਾਧੂਆਂ ਦੇ ਭੇਖ ਵਿੱਚ ਮੰਗਣ ਵਾਲੇ ਹਨ, ਕਿਰਤ ਕਰਨ ਵਾਲੇ ਤਾਂ ਬਹੁਤ ਘੱਟ ਸਨ। ਇਸ ਲਈ ਗੁਰੂ ਮਹਾਰਾਜ ਨੇ ਦੇਖਿਆ ਵੀ ਚਾਰ ਜਾਤਾਂ ਨੇ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ। ਮੈਂ ਇੱਕ ਐਸਾ ਸਿੱਖ ਤਿਆਰ ਕਰਨਾ ਜਿਹੜਾ ਬ੍ਰਾਹਮਣ ਵੀ ਹੋਵੇ, ਖੱਤਰੀ ਵੀ ਹੋਵੇ, ਵੈਸ਼ ਵੀ ਹੋਵੇ, ਸ਼ੂਦਰ ਵੀ ਹੋਵੇ। ਇੱਕੋ ਬੰਦੇ ਦੇ ਵਿੱਚ ਮੈਂ ਚਾਰੇ ਗੁਣ ਪੈਦਾ ਕਰ ਦੇਣੇ ਹਨ। ਜਦੋਂ ਸਿੱਖ ਪੜ੍ਹਦਾ ਪੜ੍ਹਾਉਂਦਾ ਹੈ ਉਦੋਂ ਇਹ ਬ੍ਰਾਹਮਣ ਹੈ। ਜਦੋਂ ਆਪਣੀ ਰੱਖਿਆ ਜਾਂ ਦੇਸ਼ ਦੀ ਰੱਖਿਆ ਕਰਦਾ ਹੈ ਉਦੋਂ ਇਹ ਕਸ਼ਤਰੀ ਹੈ। ਜਦੋਂ ਕਮਾ ਕੇ ਖਾਂਦਾ ਹੈ ਅਤੇ ਦੂਜਿਆਂ ਨੂੰ ਖਵਾਉਂਦਾ ਉਦੋਂ ਵੈਸ਼ ਹੈ। ਅਤੇ ਜਦੋਂ ਲੋੜਵੰਦਾਂ ਦੀ ਜਾਂ ਗੁਰਦੁਆਰਾ ਜਾ ਕੇ ਸੇਵਾ ਕਰਦਾ ਉਦੋਂ ਸ਼ੂਦਰ ਹੈ। ਐਸਾ ਇਨਸਾਨ ਗੁਰੂਆਂ ਨੇ ਤਿਆਰ ਕੀਤਾ ਜਿਹੜਾ ਬ੍ਰਾਹਮਣ ਵੀ ਹੈ, ਖੱਤਰੀ ਵੀ ਹੈ, ਵੈਸ਼ ਵੀ ਹੈ, ਸ਼ੂਦਰ ਵੀ ਹੈ, ਸਾਰੇ ਇੱਕੋ ਥਾਂ 'ਤੇ ਇਕੱਠੇ ਕਰਦੇ। 9ਵੇਂ ਪਾਤਸ਼ਾਹ ਤੱਕ ਇਸ ਤਰ੍ਹਾਂ ਹੋ ਗਿਆ। 10ਵੇਂ ਪਾਤਸ਼ਾਹ ਨੇ ਸੋਚਿਆ ਕਿ ਠੀਕ ਹੈ,
ਧਰਮ ਤਾਂ ਕਾਇਮ ਰਹਿ ਸਕਦਾ ਜੇ ਮਨੁੱਖ ਹਥਿਆਰਬੰਦ ਹੋਵੇਗਾ, ਨਹੀਂ ਤਾਂ ਦੁਆਨੀ ਦਾ ਬੰਦਾ ਇਹਨਾਂ ਨੂੰ ਡਰਾ ਦੇਗਾ, ਇਹਨਾਂ ਦਾ ਧਰਮ ਤਬਦੀਲ ਕਰ ਦੇਗਾ। ਭੈ ਕਾਹੂ ਕੋ ਦੇਤ ਨੈ ਨਹਿ ਪੈ ਮਾਨਤ ਆਣ, ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ। ਜੇ ਤੁਸੀਂ ਕਿਸੇ ਤੋਂ ਨਹੀਂ ਡਰਨਾ ਤਾਂ ਫਿਰ ਤੁਹਾਡੇ ਕੋਲ ਹਥਿਆਰ ਹੋਣੇ ਚਾਹੀਦੇ ਹਨ, ਨਹੀਂ ਤਾਂ ਕੋਈ ਵੀ ਡਰਾ ਸਕਦਾ ਹੈ। ਮੰਨ ਲਓ ਮੈਂ ਤੁਰਿਆ ਜਾ ਰਿਹਾ, ਮੇਰੇ ਕੋਲ ਸ਼੍ਰੀ ਸਾਹਿਬ ਹੱਥ 'ਚ ਫੜੀ ਹੋਈ ਹੈ, ਐਵੇਂ ਦੁਆਨੀ ਦਾ ਬੰਦਾ ਰੋਕ ਕੇ ਮੇਰੇ ਤੋਂ ਕੁਝ ਖੋ ਨਹੀਂ ਸਕਦਾ, ਉਹਨੂੰ ਪਤਾ ਹੈ ਇਹਨਾਂ ਕੋਲ ਹਥਿਆਰ ਹੈ। ਦਸਮ ਪਾਤਸ਼ਾਹ ਨੇ ਕੰਪਲੀਟ ਇਨਸਾਨ ਨੂੰ ਕਰ ਲਈ, ਫਿਰ ਅੰਮ੍ਰਿਤ ਛਕਾ ਕੇ ਹਥਿਆਰਬੰਦ ਕੌਮ ਨੂੰ ਕਰਤਾ ਕਿ ਲਓ ਤੁਹਾਡਾ ਧਰਮ ਤਾਂ ਹੀ ਕਾਇਮ ਰਹਿ ਸਕਦਾ ਜੇ ਤੁਸੀਂ ਨਿਡਰ ਹੋਵੋਗੇ, ਅਤੇ ਤੁਸੀਂ ਨਿਡਰ ਤਾਂ ਹੀ ਹੋਵੋਗੇ ਜੇ ਤੁਹਾਡੇ ਕੋਲ ਕੁਛ ਹੈ ਮੁਕਾਬਲਾ ਕਰਨ ਲਈ। ਕਿੰਨੇ 100 ਸਾਲ ਲੱਗੇ, 200 ਸਾਲ ਲੱਗੇ ਮਨੁੱਖ ਨੂੰ ਕੰਪਲੀਟ ਹੋਣ 'ਤੇ। 1469 ਈਸਵੀ ਤੋਂ ਲੈ ਕੇ ਜਦੋਂ ਗੁਰੂ ਨਾਨਕ ਦੇਵ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਉਦੋਂ ਸੀ 1499 ਈਸਵੀ। ਉਹ 1499 ਈਸਵੀ 'ਚ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ, ਗੁਰੂ ਨਾਨਕ ਦੇਵ ਜੀ ਨੇ। ਵੇਈ ਨਦੀ 'ਚੋਂ ਨਿਕਲ ਕੇ ਸਭ ਕੁਝ ਛੱਡ ਛੁਡਾ ਦਿੱਤਾ ਹੈ ਅਤੇ ਪ੍ਰਚਾਰ 1499 ਤੋਂ ਲੈ ਕੇ 1699 ਤੱਕ 200 ਸਾਲ ਲੱਗੇ। ਇਹ ਮਨੁੱਖ ਨੂੰ ਸੰਪੂਰਨ ਹੋਣ 'ਤੇ 200 ਸਾਲ ਲੱਗੇ। ਹਾਂ, ਅਸੀਂ ਫਿਰ ਵਾਪਸ ਅਧੂਰੇ ਹੋਈ ਜਾਂਦੇ ਹਾਂ। ਉਹ ਸਾਡਾ ਆਪਣਾ ਗੁਰੂ ਮਹਾਰਾਜ ਸਾਨੂੰ ਇੱਕ ਵਾਰੀ ਸੰਪੂਰਨ ਕਰਤਾ ਸੀ। ਲੈ ਵੀ ਸਿੱਖਾ ਤੂੰ ਬ੍ਰਾਹਮਣ ਵੀ ਹੈ, ਜਦੋਂ ਤੂੰ ਬਾਣੀ ਪੜ੍ਹੇਗਾ ਪੜ੍ਹਾਏਗਾ ਤੂੰ ਬ੍ਰਾਹਮਣ ਹੈ, ਜਦੋਂ ਤੂੰ ਆਪਣੀ ਰੱਖਿਆ ਕਰੇਗਾ ਤੂੰ ਕਸ਼ਤਰੀ ਹੈ, ਜਦੋਂ ਕਮਾ ਕੇ ਖਾਏਗਾ ਤੂੰ ਵੈਸ਼ ਹੈ, ਅਤੇ ਜਦੋਂ ਦੂਜਿਆਂ ਦੀ ਸੇਵਾ ਕਰੇਗਾ ਉਦੋਂ ਤੂੰ ਸ਼ੂਦਰ ਹੈ। ਇੱਕੋ ਜਿਹੀ ਗੁਣ ਸਾਰੇ ਪੈਦਾ ਕਰਕੇ ਸੰਪੂਰਨ ਇਨਸਾਨ ਤਿਆਰ ਕਰਤਾ ਸੀ ਸਿੱਖ ਸੰਪੂਰਨ ਹੈ। ਸੋ ਇਸ ਲਈ ਪਰ ਕਹਿੰਦੇ ਕਨਕ ਕਾਮਨੀ ਹੇਤ ਗਵਾਰਾ ਹੈ ਮੂਰਖ, ਤੂੰ ਸੋਨੇ ਤੇ ਔਰਤ ਦੇ ਮਗਰ ਲੱਗਾ ਹੋਇਆ ਹੈ। ਪਾਪ ਮਾਇਆ ਦੁਬਦਾ ਲਾਗੇ ਨਾਮ ਵਿਸਾਰ, ਤੂੰ ਦਵੈਤ ਭਾਵਨਾ ਵਿੱਚ ਹੈ, ਇਸ ਲਈ ਤੂੰ ਨਾਮ ਭੁਲਾ ਦਿੱਤਾ ਹੈ, ਨਾਮ ਭੁਲਾਤਾ ਹੈ। ਤੈਨੂੰ ਇਹ ਚੀਜ਼ਾਂ ਪਿਆਰੀਆਂ ਲੱਗਦੀਆਂ ਹਨ। ਜਿਸ ਤੂੰ ਬਖਸ਼ੈ ਨਾਮ ਜਪਾਈ ਜਪਾਈ, ਹੇ ਪਰਮਾਤਮਾ ਜਿਸ ਨੂੰ ਤੂੰ ਬਖਸ਼ ਦਿੰਦਾ ਹੈ ਉਹ ਤੋਂ ਤੂੰ ਨਾਮ ਜਪਾਉਂਦਾ। ਉਹਨੂੰ ਪਤਾ ਵੀ ਨਾਮ ਜਪੇਗਾ ਤਾਂ ਗੱਲ ਬਣੇਗੀ। ਜਿਸ ਤੂੰ ਬਖਸ਼ੈ ਨਾਮ ਜਪਾਏ, ਜਿਸ ਨੂੰ ਤੂੰ ਬਖਸ਼ਦਾ ਉਹ ਤਾਂ ਨਾਮ ਜਪਾਉਂਦਾ ਹੈ। ਫਿਰ ਜਿਹੜਾ ਨਾਮ ਜਪਦਾ ਨਾ, ਦੂਤ ਨਾ ਲਾਗ ਸਕੈ ਗੁਣ ਗਾਏ, ਕਿਉਂਕਿ ਪਰਮਾਤਮਾ ਦੇ ਗੁਣ ਗਾਉਂਦਾ ਹੈ, ਇਸ ਲਈ ਦੂਤ ਕੋਈ ਵੀ ਬੁਰਾਈ ਉਹਦੇ ਨੇੜੇ ਨਹੀਂ ਆਉਂਦੀ, ਕੋਈ ਬੁਰਾਈ ਉਹਦੇ ਨੇੜੇ ਨਹੀਂ ਆਉਂਦੀ ਹੈ, ਕਿਉਂਕਿ ਪਰਮਾਤਮਾ ਦੇ ਗੁਣ ਗਾਈ ਜਾਂਦਾ ਹੈ। ਕਿੰਨਾ ਵੀ ਮਨ ਮੈਲਾ ਹੋਏਗਾ, ਜਦੋਂ ਤੁਸੀਂ ਇਸ ਤਰ੍ਹਾਂ ਸਿਮਰਨ ਕਰੋਗੇ ਕੁਝ ਮਹੀਨਿਆਂ ਬਾਅਦ ਤੁਹਾਡਾ ਮਨ ਆਪਣੇ ਆਪ ਹੀ ਪਵਿੱਤਰ ਹੋਣਾ ਸ਼ੁਰੂ ਹੋ ਜਾਵੇਗਾ। ਜਦੋਂ ਜਿਉਂ-ਜਿਉਂ ਮਨ ਪਵਿੱਤਰ ਹੋ ਜਾਏਗਾ, ਮਨੁੱਖ ਆਪਣੇ ਆਪ ਹੀ ਬੁਰਾਈਆਂ ਛੱਡੀ ਜਾਏਗਾ। ਕੋਈ ਸ਼ਰਾਬ ਪੀਣ ਵਾਲਾ ਇੱਥੇ ਆ ਜਾਏ, ਅਸੀਂ ਉਹਨੂੰ ਨਾਮ ਜਪਾਵਾਂਗੇ, ਉਹ ਮਹੀਨੇ 2 ਮਹੀਨੇ 'ਚ ਆਪੇ ਪੀਣੀ ਛੱਡ ਦੇਗਾ। ਕਿਉਂ? ਨਾਮ ਨੇ ਆਪਣਾ ਅਸਰ ਕਰਨਾ ਹੀ ਕਰਨਾ ਮਨੁੱਖ। ਹਰ ਗੁਰ ਦਾਤਾ ਰਾਮ ਗੋਪਾਲਾ, ਜਿਹੜਾ ਹਰੀ ਗੁਰੂ ਹੈ, ਜੋ ਗੋਪਾਲਾ ਹੈ, ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਜੋ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ ਹੈ। ਹੇ ਪਰਮਾਤਮਾ, ਹੇ ਗੁਰੂ, ਹੇ ਸ੍ਰਿਸ਼ਟੀ ਪਾਲਣ ਵਾਲੇ ਪਰਮਾ ਰਾਮ, ਜਿਉਂ ਭਾਵੈ ਤਿਉਂ ਰਾਖ ਦਇਆਲਾ। ਹੇ ਦਿਆਲੂ ਪ੍ਰਭੂ, ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਸਾਨੂੰ ਰੱਖੋ, ਜਿਵੇਂ ਤੈਨੂੰ ਠੀਕ ਲੱਗਦਾ। ਸਿੱਖ ਇੱਕ ਐਸੀ ਅਵਸਥਾ 'ਤੇ ਪਹੁੰਚੇ ਜਿੱਥੇ ਉਹਦੀ ਪਰਮਾਤਮਾ ਰਜ਼ਾ 'ਚ ਰਹਿੰਦਾ ਹੋਵੇ, ਕਿ ਸੱਚੇ ਜਿਵੇਂ ਤੇਰੀ ਮਰਜ਼ੀ ਰੱਖ।
ਦੁੱਖ ਦੇ, ਸੁੱਖ ਦੇ, ਖੁਸ਼ੀ ਦੇ, ਗਮੀ ਦੇ, ਅਮੀਰੀ ਦੇ, ਗਰੀਬੀ ਦੇ, ਉਹਦੀ ਰਜ਼ਾ 'ਚ ਆ ਜਾਂਦਾ ਹੈ। ਅਜੇ ਸਾਡੇ ਲਈ ਉਹਦੀ ਰਜ਼ਾ 'ਚ ਰਹਿਣਾ ਬਹੁਤ ਮੁਸ਼ਕਿਲ ਹੈ, ਪਰ ਇਹ ਤਾਂ ਮੰਜ਼ਿਲ ਹੈ ਨਾ, ਉਹਦੀ ਰਜ਼ਾ 'ਚ ਰਹਿਣਾ। ਪਹੁੰਚਣਾ ਤਾਂ ਇੱਥੇ ਹੀ ਹੈ, ਪਹੁੰਚਣਾ ਤਾਂ ਇੱਥੇ ਹੀ ਹੈ। ਗੁਰਮੁਖ ਰਾਮ ਮੇਰਾ ਮਨ ਪਾਇਆ, ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਮੇਰੇ ਮਨ ਨੂੰ ਚੰਗਾ ਲੱਗਦਾ। ਗੁਰਮੁਖ ਬਣ ਗਿਆ ਨਾ, ਗੁਰੂ ਦੇ ਅੱਖੇ ਲੱਗਦਾ ਹੈ, ਨਾਮ ਜਪਦਾ ਹੈ, ਹੌਲੀ ਹੌਲੀ ਨਾਮ ਜਪਣਾ ਚੰਗਾ ਲੱਗਦਾ ਹੈ। ਕਈ ਗੱਲਾਂ ਸ਼ੁਰੂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਉਹਨਾਂ 'ਚ ਰੁਚੀ ਨਹੀਂ ਹੁੰਦੀ, ਰੁਚੀ ਨਹੀਂ ਹੁੰਦੀ। ਇੱਕ ਬੱਚਾ ਹੈ, ਉਹਨੂੰ ਹਿਸਾਬ ਨਹੀਂ ਆਉਂਦਾ ਹੈ, ਉਹਦੀ ਰੁਚੀ ਨਹੀਂ ਹੈ, ਉਹਦਾ ਪੜ੍ਹਨ ਨੂੰ ਜੀ ਨਹੀਂ ਕਰੇਗਾ, ਜੀ ਨਹੀਂ ਕਰੇਗਾ। ਫਿਰ ਜਿਹੜਾ ਟੀਚਰ ਕੀ ਕਰਦਾ ਹੈ ਜਾਂ ਟਿਊਸ਼ਨ ਵਾਲਾ ਕੀ ਕਰਦਾ ਹੈ, ਉਹਨੂੰ ਇੱਕ ਇੱਕ ਸਵਾਲ ਕਢਾਉਣਾ ਸ਼ੁਰੂ ਕਰਦਾ ਹੈ, ਇੱਕ ਇੱਕ ਪ੍ਰਸ਼ਨ ਹੱਲ ਕਰਦਾ। ਇਸ ਤਰ੍ਹਾਂ ਇੱਕ ਇੱਕ ਪ੍ਰਸ਼ਨ ਹੱਲ ਕਰਦਿਆਂ ਕਰਦਿਆਂ ਸਾਰਾ ਹਿਸਾਬ ਉਹਨੂੰ ਸਿਖਾ ਦਿੰਦਾ, ਅਤੇ ਫਿਰ ਉਹ ਚੜ੍ਹਦੀਆਂ ਕਲਾ ਜਾਂਦਾ, ਫਿਰ ਉਹ ਸਵਾਲ ਕੱਢਦਾ ਰਹਿੰਦਾ, ਉਹਨੂੰ ਸ਼ੌਕ ਪੈਦਾ ਹੋ ਜਾਂਦਾ। ਮੈਨੂੰ ਯਾਦ ਹੈ ਪੁਰਾਣੇ ਜ਼ਮਾਨੇ 'ਚ ਨਾ ਇਹ ਫਲੇ ਨਾਲ ਗਾਇਆ ਕਰਦੇ ਸਾਂ ਕਣਕ, ਹੁਣ ਦੇ ਜਵਾਕ ਤਾਂ ਵੇਖੇ ਹੀ ਨਹੀਂ। ਫਸਲ ਵੱਢ ਲਿਆਉਣੀ ਹੈ, ਫਿਰ ਪਿੰਡ ਦੇ ਵਿੱਚ ਨੇੜੇ ਮੈਦਾਨ ਕੋਈ ਹੁੰਦਾ ਸੀ, ਉੱਥੇ ਲੈ ਆਉਣੇ, ਉੱਥੇ ਕੁਝ ਦੇਰ ਉਹਨਾਂ ਨੂੰ ਸੁੱਕਣ ਦੇਣਾ ਹੈ, ਸੁੱਕ ਜਾਣਾ। ਫਿਰ ਜਿਹੜਾ ਹੈ ਇੱਕ ਗੋਲ ਦਾਇਰੇ ਦੇ ਵਿੱਚ ਉਹ ਕਣਕ ਦੇ ਜਿਹੜੇ ਬੂਟੇ ਉਹਨੂੰ ਖੰਡਿਆ ਲੈਣਾ, ਬਣਾ ਲੈਣਾ, ਜਿਹੜੀ ਵੱਡੀ ਹੋਈ ਕਣਕ ਹੁੰਦੀ ਸੀ। ਫਿਰ ਝਾੜੀਆਂ ਦਾ ਇੱਕ ਵੱਡਾ ਸਾਰਾ ਫਲਾ ਬਣਾਇਆ ਜਾਂਦਾ ਸੀ, ਉਹ ਅੱਗੇ ਬਲਦ ਪੰਜਾਲੀ ਪਾ ਕੇ ਰੱਸੀ ਉਸ ਫਲੇ ਨੂੰ ਬੰਨ੍ਹੀ ਹੁੰਦੀ ਸੀ, ਉਹ ਉਹਦੇ ਕਣਕ ਦੇ ਉੱਤੇ ਉੱਤੇ ਉਹ ਫਿਰਦਾ ਸੀ ਫਲਾ, ਮਗਰ ਸਾਡੇ ਵਰਗਾ ਹੱਕਣ ਵਾਲਾ ਹੁੰਦਾ ਸੀ। ਹੌਲੀ ਹੌਲੀ ਉਹ ਕਣਕ ਦੇ ਟੁਕੜੇ ਹੁੰਦੇ ਜਾਂਦੇ ਸਨ, ਟੁਕੜੇ ਹੁੰਦੇ, ਹੌਲੀ 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 ਕਿੰਨੇ ਦਿਨ ਬਾਅਦ ਤੂੜੀ ਬਣ ਜਾਂਦੀ ਸੀ। ਕਣਕ ਕੱਢਣ 'ਤੇ ਹੀ ਕਿੰਨਾ ਸਮਾਂ ਲੱਗ ਜਾਂਦਾ ਹੁੰਦਾ ਸੀ। ਅਪ੍ਰੈਲ ਦੇ ਵਿੱਚ ਦੁਬਾਰਾ ਸਕੂਲ ਸ਼ੁਰੂ ਹੋ ਜਾਂਦਾ ਸੀ। ਮੈਂ ਗਰਮੀਆਂ, ਫਿਰ 1 ਜੂਨ ਤੋਂ ਗਰਮੀਆਂ ਦੀ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਸੀ। ਕਦੇ 2-4 ਦਿਨ ਪਹਿਲਾਂ ਵਿਹਲਾ ਹੋ ਗਿਆ, ਨਹੀਂ ਤਾਂ ਛੁੱਟੀਆਂ ਤੋਂ ਬਾਅਦ ਮੈਂ ਜਾ ਕੇ ਸਕੂਲ ਜੁਆਇਨ ਕਰਦਾ ਸੀ। ਇੰਨਾ ਕੰਮ ਟੀਚਰ ਕਰਾ ਦਿੰਦੇ ਸੀ। ਫਿਰ ਜਿਹੜਾ ਇੱਕ ਇੱਕ ਸਵਾਲ ਮੈਂ ਹਰ ਛੁੱਟੀਆਂ 'ਚ ਹੱਲ ਕਰਨਾ ਸ਼ੁਰੂ ਕਰ ਦੇਣਾ, ਸਾਰਾ ਜਿੰਨਾ ਸਿਲੇਬਸ ਇੱਕ ਇੱਕ ਪ੍ਰਸ਼ਨ ਕਰਕੇ ਹੱਲ ਕਰਦੇ ਜਾਣਾ, ਅਤੇ ਜਦੋਂ ਸਕੂਲ ਖੁੱਲ੍ਹਣੇ ਆਪਾਂ ਦੂਜੇ ਦੇ ਅੱਗੇ ਲੰਘ ਜਾਣਾ, ਆ ਜਾਓ ਬਈ। ਕਿਉਂ? ਛੁੱਟੀਆਂ 'ਚ ਸਾਰਾ ਲੋਕ ਬੱਚੇ ਛੁੱਟੀਆਂ 'ਚ ਆਨੰਦ ਮਾਣਦੇ ਫਿਰਦੇ, ਤੋਂ ਮੈਂ ਲੱਗੇ ਹੀ ਰਹਿੰਦਾ ਹੁੰਦਾ ਸੀ, ਚੈਪਟਰ ਪੂਰਾ ਕਰ ਲੈਂਦਾ ਹੁੰਦਾ ਸੀ। ਸੋ ਇਸ ਪ੍ਰਕਾਰ ਜਦੋਂ ਹੋ ਜੇ ਸਾਨੂੰ ਵੀ ਸੋਝੀ ਆ ਜਾਏਗੀ ਨਾ ਵੀ ਓਹੋ ਜ਼ਿੰਦਗੀ ਦੇ 40 ਸਾਲ ਤਾਂ ਐਵੇਂ ਹੀ ਲੰਘ ਗਏ, ਬਾਕੀ ਹੁਣ ਜਿਹੜੇ ਰਹਿ ਗਏ ਨੇ, ਜਿੰਨਾ ਉਹ ਰਹਿ ਗਿਆ, ਮਗਰ ਸਿਲੇਬਸ 40 ਸਾਲ ਦਾ ਹੈ। ਚਲੋ 17-18 ਸਾਲ ਤੱਕ ਮੁਆਫ ਹੁੰਦਾ ਹੈ, ਪਤਾ ਪਰਮਾਤਮਾ ਵੀ ਅਜੇ ਇਹਨੂੰ ਗਿਆਨ ਨਹੀਂ ਬਚਿਆ ਹੈ। ਜਦੋਂ ਗਿਆਨ ਹੋ ਗਿਆ ਹੈ, ਫਿਰ ਕੀ ਕਰਨਾ ਪਏਗਾ ਸਾਨੂੰ? ਬਈ ਜਿਹੜਾ ਬਾਕੀ ਸਮਾਂ ਸਾਨੂੰ ਰਹਿ ਗਿਆ ਹੈ, ਉਹ ਸਮਾਂ ਵਧਾ ਕੇ ਪਿਛਲਾ ਪੂਰਾ ਕਰਨਾ ਪਏਗਾ ਸਾਨੂੰ। ਮੰਨ ਲਓ ਤੁਹਾਡਾ 10,000 ਘੰਟੇ ਪਿੱਛੇ ਰਹਿ ਗਿਆ ਹੈ, ਤੁਸੀਂ ਰਲਣਾ ਹੈ, ਤੁਹਾਨੂੰ 2-2, 3-3 ਘੰਟੇ ਰੋਜ਼ ਵੱਧ ਕਰਨਾ ਪਏਗਾ, ਤਾਂ ਜੋ ਮਰਨ ਤੋਂ ਪਹਿਲਾਂ ਸਿਮਰਨ ਦਾ ਸਿਲੇਬਸ ਪੂਰਾ ਹੋ ਜਾਏਗਾ। ਨਹੀਂ ਤਾਂ ਉਹਨੇ ਕਹਿਣਾ ਇੰਨੇ ਸਾਲ ਤੂੰ ਗੁਆਤੇ ਦਾ ਹਿਸਾਬ ਕੌਣ ਦੇਗਾ? ਸਾਡੇ ਸਿਰ, ਬਾਣੀ ਕਹਿੰਦੀ ਸਾਡੇ ਸਿਰ 'ਤੇ ਕਰਜ਼ਾ ਚੜ੍ਹ ਜਾਂਦਾ, ਜੇ ਅਸੀਂ ਨਹੀਂ ਨਾ ਨਾਮ ਜਪਦੇ, ਕਰਜ਼ਾ ਚੜ੍ਹਦਾ ਰਹਿੰਦਾ। ਅਤੇ ਉਹ ਕਹਿੰਦਾ ਤੇਰੇ ਸਿਰ 'ਤੇ ਤਾਂ ਇੰਨਾ ਕਰਜ਼ਾ ਹੈ, ਤੈਨੂੰ ਨਹੀਂ ਮੁਆਫੀ ਮਿਲਦੀ ਹੈ। ਅਸੀਂ ਨਾਮ ਜਪ ਕੇ ਆਪਣਾ ਕਰਜ਼ਾ ਉਤਾਰਨਾ ਹੈ। ਜਿੰਨਾ ਥੋੜ੍ਹਾ ਸਮਾਂ ਰਹਿ ਗਿਆ ਹੈ, ਆਪਣੀ ਘੰਟੇ ਵਧਾਉਣੇ ਪੈਣਗੇ ਸਾਨੂੰ, ਤਾਂ ਜੋ ਅਸੀਂ ਪੂਰਾ ਕਰ ਸਕੀਏ ਜਿੰਨਾ ਗੈਪ ਸਾਡਾ ਹੈਗਾ। ਜਿਵੇਂ ਇਮਤਿਹਾਨਾਂ ਦੇ ਨੇੜੇ ਆ ਕੇ ਬੱਚੇ ਕਿੰਨੇ ਘੰਟੇ ਪੜ੍ਹਦੇ। ਇਹਨਾਂ ਮੂਰਖਾਂ ਨੂੰ ਪੁੱਛੇ ਵੀ ਪਹਿਲਾਂ ਹੀ ਇੰਨੇ ਘੰਟੇ ਪੜ੍ਹੀ ਜਾਓ,
ਜਵਾਕ ਵੀ ਗਧੇ ਹੁੰਦੇ ਨੇ। ਇਮਤਿਹਾਨ ਦੇ ਨੇੜੇ ਆ ਕੇ ਲੱਗੇ ਰਹਿਣਗੇ 15-15 ਘੰਟੇ 14-14 ਘੰਟੇ, ਤੇ ਪਹਿਲਾਂ ਹੀ ਸ਼ੁਰੂ ਤੋਂ ਕਰ ਲਓ। ਜਦੋਂ 1 ਅਪ੍ਰੈਲ ਤੋਂ ਸਕੂਲ ਕਾਲਜ ਸ਼ੁਰੂ ਉਦੋਂ ਤੋਂ ਲੱਗ ਜਾਓ ਪੜ੍ਹਨ, ਉਹਦੇ ਤੋਂ ਘੰਟਿਆਂ ਬੱਧੀ ਪੜ੍ਹੀ ਜਾਓ, ਤਾਂ ਜੇ ਇਮਤਿਹਾਨਾਂ ਨੇੜੇ ਜਾ ਕੇ ਤੁਹਾਨੂੰ ਸੌਖਾ ਹੋ ਜਾਏ ਨਾ। ਪਹਿਲਾਂ ਵਾਰਾਗਰਦੀ ਜੀ ਕਰੀ ਜਾਣੇ, ਫਿਰ ਜਾਣਾ, ਜਦੋਂ ਇਮਤਿਹਾਨ ਨੇੜੇ ਫਿਰ ਚੱਲ ਵੀ ਪਹਿਲੇ ਹੀ ਲੱਗ ਜਾਓ, ਵੇਲੇ ਸਿਰ ਹੀ ਲੱਗ ਜਾਓ। ਕਵੇਲੇ ਦੀਆਂ ਫਿਰ ਟੱਕਰਾਂ ਮਾਰਦੇ ਰਹਿੰਦੇ ਹਨ। ਅਖੀਰਲੇ ਦਿਨ ਜਾ ਕੇ ਜੇ ਮਨ ਆਪਾਂ ਢਿੱਲੇ ਮੱਠੇ ਹੋ ਗਏ, ਬਸ ਬਹਿ ਗਿਆ ਪੱਠਾ, ਫਿਰ ਪਹਿਲਾਂ ਕੁਛ ਕੀਤਾ ਨਹੀਂ, ਉਹਨਾਂ ਦਿਨ ਢਿੱਲੇ ਹੋ ਗਏ, ਹੋਇਆ ਨਹੀਂ ਕੁਛ ਨਹੀਂ। ਇਸ ਲਈ ਸਮਝਾਇਆ ਕਰੋ ਜਵਾਕਾਂ ਨੂੰ ਵੀ ਕਾਕਾ 12 ਮਹੀਨਿਆਂ 'ਚ 8 ਮਹੀਨੇ ਖਰਾਬ ਨਹੀਂ ਕਰੀ ਜਾਂਦੇ। ਜਦੋਂ ਨਵੀਂ ਕਲਾਸ ਸ਼ੁਰੂ ਹੋ ਗਈ, ਦੇਖੋ ਸੁਣੋ ਮੇਰੀ ਗੱਲ, ਬੱਚੇ ਨੇ ਪੇਪਰ ਦੇਤੇ, ਉਹਦੇ ਪੇਪਰ ਮੁੱਕ ਗਏ 30 ਅਪ੍ਰੈਲ ਨੂੰ ਹੋ ਗਏ। ਨਵੀਂ ਕਲਾਸ ਜਾ ਕੇ ਉਸ ਜੁਲਾਈ 'ਚ ਸ਼ੁਰੂ ਹੋਵੇ, ਉਹਦਾ ਫਰਜ਼ ਬਣਦਾ ਤੂੰ 1 ਮਈ ਨੂੰ ਜਾ ਕੇ ਬਾਜ਼ਾਰ 'ਚੋਂ ਕਿਤਾਬਾਂ ਖਰੀਦ ਲਿਆ। ਕੁਝ ਸਬਜੈਕਟ ਹੁੰਦੇ ਨੇ ਉਹ ਟੀਚਰ ਹੀ ਪੜ੍ਹਾਉਂਦਾ ਤਾਂ ਬੱਚੇ ਨੂੰ ਸਮਝਦੇ, ਕੁਝ ਹਿੱਸਾ ਅਸੀਂ ਆਪ ਵੀ ਪੜ੍ਹ ਕੇ ਸਮਝ ਸਕਦੇ ਹਾਂ। ਵੀ ਉਹ ਤੇ ਆਪ ਪੜ੍ਹ ਲਓ, ਉਹ ਤੇ ਆਪ ਪੜ੍ਹ ਲਓ, ਕੁਛ ਤੇ ਨਿਬੇੜੋ, ਬਜਾਏ ਕਿ ਬੱਚੇ ਅਜੇ ਤਾਂ ਜੀ ਕਾਲਜ ਖੁੱਲ੍ਹੇ ਹੀ ਨਹੀਂ ਹੈਗੇ, ਕਾਲਜਾਂ ਨੇ ਪਤਾ ਨਹੀਂ ਖੁੱਲ੍ਹਣਾ ਕਿ ਨਹੀਂ ਖੁੱਲ੍ਹਣਾ, ਹੁਣ ਦੀ ਉਡੀਕ ਕਰਦੇ। ਉਹ ਤਾਂ ਕਦੇ ਕੋਵਿਡ ਆ ਗਿਆ, ਤੇ ਫਲਾਣਾ ਆ ਗਿਆ, ਕਦੇ ਫਲਾਣਾ ਆ ਗਿਆ, ਤੇ ਬਸ ਐਂ ਰਹਿ ਜਾਏਗਾ। ਜਿਵੇਂ ਸੰਸਾਰਕ ਉਦਾਹਰਨਾਂ ਆਪ ਜੀ ਦਿੱਤੀ ਜਾ ਰਹੀਆਂ, ਐਂ ਹੀ ਧਾਰਮਿਕ ਉਦਾਹਰਨਾਂ ਨੇ। ਇਹਦੇ 'ਚ ਇਹ ਨਹੀਂ ਹੈਗਾ ਜੀ ਸਾਡਾ ਇਮਤਿਹਾਨ ਜਾ ਕੇ ਜੀ ਮਾਰਚ 'ਚ ਹੋਣਾ, ਇਹ ਤਾਂ ਚੱਲਦੇ ਹੀ ਰਹਿਣਾ, ਇਹ ਤਾਂ ਲੱਗੇ ਹੀ ਰਹਿਣਾ। ਸਾਡਾ ਇਮਤਿਹਾਨ ਜਾ ਕੇ ਜਿੱਦੇ ਅਸੀਂ ਮਰਾਂਗੇ ਉਹਦੇ ਹੋਣਾ ਵੀ ਆ ਜਾ ਵੀ ਸੱਜਣਾ ਕੀ ਤੂੰ ਕੀਤਾ, ਜੇ ਨਹੀਂ ਕੀਤਾ ਫਿਰ ਉਹਨੇ ਜੰਮ ਰੱਖੇ ਹੋਏ ਨੇ, ਉਹ ਡੰਡੇ ਮਾਰਨ ਲਈ ਹੀ, ਸਜ਼ਾ ਦੇਣ ਲਈ ਹੀ। ਇਸ ਲਈ ਜੋ ਵੀ ਕਰਨਾ ਵੇਲੇ ਸਿਰ ਹੀ ਸ਼ੁਰੂ ਕਰ ਦੇਣਾ। ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਏ ਤਾਲ, ਸੋਏ ਤਾਲ ਦਾ ਜਸਟ ਨਾਓ। ਜਿਹੜਾ ਕੱਲ੍ਹ ਨੂੰ ਕਰਨਾ ਉਹ ਅੱਜ ਕਰ, ਜਿਹੜਾ ਅੱਜ ਕਰਨਾ ਉਹ ਹੁਣੇ ਕਰ। ਇੰਗਲਿਸ਼ ਦੀ ਕਹਾਵਤ ਹੈ, ਡੂ ਨਾਟ ਪੁੱਟ ਆਫ ਟਿਲ ਟਮਾਰੋ ਵਟ ਯੂ ਕੈਨ ਡੂ ਟੂਡੇ। ਜੋ ਤੁਸੀਂ ਅੱਜ ਕਰ ਸਕਦੇ ਹੋ ਕੱਲ੍ਹ 'ਤੇ ਨਾ ਛੱਡੋ। ਇਸ ਗੱਲੋਂ ਬੈਂਕ ਬਿਲਕੁਲ ਠੀਕ ਨਹੀਂ। ਉਨਾ ਚਿਰ ਬੈਂਕ ਬੰਦ ਹੀ ਨਹੀਂ ਹੁੰਦਾ ਜਿੰਨਾ ਚਿਰ ਤੁਹਾਡਾ ਕੰਮ ਪੂਰਾ ਨਹੀਂ। ਬੈਠੇ ਰਾਤ ਦੇ 9 ਵਜੇ ਤੱਕ 10 ਵਜੇ ਤੱਕ। ਬੜੇ ਸਾਲਾਂ ਦੀ ਗੱਲ, ਮੇਰੇ ਦੋਸਤ ਦੀ ਘਰ ਵਾਲੀ ਇਹ ਤਾਂ ਬੈਂਕ 'ਚ ਮੈਨੇਜਰ ਲੱਗੀ ਹੋਈ। ਮੈਂ 6 ਵਜੇ ਬੈਂਕਾਂ ਕੋਲ ਲੰਘ ਰਿਹਾ ਸਕੂਲ, ਉਹ ਅਜੇ ਬੈਂਕ ਵਾਲੇ ਬੈਠੇ ਅੰਦਰ, 5 ਵਜੇ ਤੱਕ ਬੈਂਕ ਹੁੰਦਾ। ਮੈਂ ਅੰਦਰ ਚਲਿਆ ਗਿਆ, ਮੈਂ ਮੈਡਮ ਜੀ ਕੀ ਗੱਲ ਹੈ ਅੱਜ ਬੈਂਕ ਨਹੀਂ ਤੁਸੀਂ ਬੰਦ ਕੀਤਾ? ਕਹਿੰਦਾ ਵੀਰ ਜੀ 50 ਪੈਸੇ ਦਾ ਫਰਕ ਹੈ, ਉਹ ਮਿਲ ਨਹੀਂ ਰਿਹਾ। ਅਤੇ ਮੈਂ ਕਿਹਾ 50 ਪੈਸੇ ਆਪਣੇ ਕੋਲੋਂ ਪਾ ਦਿਓ। ਕਹਿੰਦੇ ਐ ਨਹੀਂ ਹੁੰਦਾ ਜੀ, ਸਾਨੂੰ ਚਾਹੇ ਰਾਤ ਦੇ 9 ਵੱਜਣ ਅਸੀਂ ਮਿਲਾਨ ਕਰਨਾ ਹੀ ਕਰਨਾ ਹੈ। ਇਸ ਲਈ ਸਾਰੇ ਲੱਗੇ ਨੇ, ਚਾਹੇ ਰਾਤ ਦੇ 9 ਵੱਜਣ ਅਸੀਂ ਉਦੋਂ ਜਾਣਾ ਜਦੋਂ ਇਹ ਪਤਾ ਲੱਗ ਜਾਏਗਾ ਵੀ ਹਾਂ ਕਿੱਥੇ। ਇਸ ਤਰ੍ਹਾਂ ਜਦੋਂ ਮੈਂ ਇੱਕ ਸਕੂਲ 'ਚ ਹੈਡ ਮਾਸਟਰ ਬਣ ਕੇ ਗਿਆ, ਮੈਨੂੰ ਟੀਚਰ ਕਹੇ ਜੀ ਬਈ 1.5 ਰੁਪਈਏ ਦਾ ਫਰਕ ਹੈ ਜੀ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿੱਥੇ ਫਰਕ ਹੈ। ਦੂਜੇ ਤੀਜੇ ਕੁਦਰਤ ਡੀਓ ਸਾਹਿਬ ਆ ਗਏ। ਮੈਂ ਕਿਹਾ ਜੀ ਮੈਂ ਨਵਾਂ ਇੱਥੇ ਆਇਆ ਅਤੇ ਮੈਨੂੰ ਟੀਚਰਾਂ ਨੇ ਆਹ ਰਜਿਸਟਰ ਦਿੱਤਾ ਇੰਚਾਰਜ ਹੋਣ ਦੇ ਨਾਤੇ ਵੀ ਇਹ ਮਿਲ ਨਹੀਂ ਰਿਹਾ। ਫਿਰ ਉਹਨੇ ਮਿਲਾਨ ਕੀਤਾ, ਉਹਨੇ ਕਹਿ ਲਿਆ ਵੀ ਆਹ ਫਲਾਣੀ ਤਰੀਕ ਨੂੰ ਆਹ ਫਰਕ ਸੀ, ਫਿਰ ਉਹ ਕੱਢ ਕੇ ਉਹ 10 ਕਰ ਗਿਆ, 10 ਕਰਕੇ ਫਿਰ ਅੱਗੇ ਪੂਰਾ ਕਰਤਾ। ਸਾਡਾ ਤਾਂ 1.5-2 ਸਾਲ ਲੰਘ ਗਏ, ਨੁਕਸ ਨਹੀਂ ਦੂਰ ਕਰ ਸਕੇ ਟੀਚਰ। ਪਰ ਇਹ ਬੈਂਕ ਵਾਲੇ ਦਾ ਰੋਜ਼ ਕਰਨਾ ਪੈਂਦਾ ਹੈ। ਅਤੇ ਜੇ ਕਿਤੇ ਅਸੀਂ ਵੀ ਬੈਂਕ ਵਾਲੀ ਆਦਤ ਪਾ ਲਈਏ ਵੀ ਰੋਜ਼ ਭਜਨ ਬੰਦਗੀ ਕਰ ਰਹੀ ਹੈ, ਫਿਰ ਹੋਣ ਲੱਗ ਜਾਏਗੀ। ਪਰ ਅਸੀਂ ਤਾਂ ਬਹੁਤ ਨੇ ਪੰਜਾਬ ਸਰਕਾਰ ਦੀ ਨੌਕਰੀ ਕੀਤੀ ਹੈ, ਲੇਟ ਜਾਣਾ, ਪਹਿਲਾਂ ਆਉਣਾ, ਫਰਲੋ 'ਤੇ ਰਹਿਣਾ, ਠੂੰ ਠੱਪ ਕਰਨੀ। ਇੱਕ ਨੂੰ ਕਿਸੇ ਕਿ ਯਾਰ ਮੇਰਾ ਕੰਮ ਕਰ ਦੇ, ਕਹਿੰਦਾ ਪੈਸੇ ਲਿਆ। ਉਹ ਕਹਿੰਦਾ ਕਮਾਲ ਹੈ ਯਾਰ, ਤੈਨੂੰ ਤਨਖਾਹ ਨਹੀਂ ਮਿਲਦੀ? ਕਹਿੰਦਾ ਤਨਖਾਹ ਤਾਂ ਆਉਣ ਜਾਣ ਦੀ ਮਿਲਦੀ ਹੈ, ਕੰਮ ਕਰਾਉਣ ਲਈ ਪੈਸੇ ਲਿਆ। ਆਹ ਵੀ ਹਾਲ ਹੈ।
ਕਹਿੰਦੇ ਤਨਖਾਹ ਤਾਂ ਸਾਨੂੰ ਦਫ਼ਤਰ 'ਚ ਆਉਣ 'ਤੇ ਜਾਣ ਦੀ ਮਿਲਦੀ, ਕੰਮ ਕਰਨ ਲੈ ਪੈਸੇ ਲਿਆ, ਦਾਤਾ ਭਲੀ ਕਰੇ। ਬੈਂਕ ਵਾਲਾ ਜਿਹੜਾ ਹੈ ਉਸ ਤਰ੍ਹਾਂ ਦੀ ਆਦਤ ਪਾਵੇ ਵੀ ਬਸ ਕਰਨਾ ਹੀ ਕਰਨਾ, ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਸੁੱਟਣਾ, ਬਸ ਕਰਨਾ ਹੀ ਕਰਨਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਰਾਮ ਮੇਰੇ ਮਨ ਭਾਇਆ। ਜਿਹੜਾ ਜਦੋਂ ਗੁਰੂ ਦਾ ਦਿੱਤਾ ਪਰਮਾਤਮਾ ਦਾ ਨਾਮ ਮੇਰੇ ਮਨ ਨੂੰ ਚੰਗਾ ਲੱਗਦਾ, ਫਿਰ ਕੀ ਹੋਇਆ? ਰੋਗ ਮਿਟੇ ਦੁੱਖ ਠਾਕ ਰਹਾਇਆ। ਠਾਕ ਹੁੰਦਾ ਰੋਕਣਾ। ਮਾਲਵੇ ਦੇ ਵਿੱਚ ਜਦੋਂ ਮੰਗਣਾ ਕਰਨ ਤੋਂ ਪਹਿਲਾਂ ਰੋਕ ਕਰ ਜੇ ਕਦੇ ਵੀ ਅੱਜ ਇਹ ਲੜਕਾ ਸਾਡਾ ਹੋਇਆ ਜੀ, ਰਸਮ ਫਿਰ ਬਾਅਦ ਕਰ ਲਿਆ ਕਦੇ, ਰੁਪਈਆ 2 ਰੁਪਏ ਉਦੋਂ ਦੇ ਜਾ ਕਰਦੇ। ਉਹਨੂੰ ਕਹਿੰਦੇ ਸੀ ਠਾਕਾ, ਵੀ ਅਸੀਂ ਭਾਈ ਇਹ ਰੋਕ ਤਾਂ ਹੈ, ਅੱਗੇ ਤੋਂ ਕੋਈ ਇਹਦੇ ਲਈ ਵਾਰ ਨਹੀਂ ਲੱਭਣਾ, ਜਾਂ ਦੂਜਿਆਂ ਨੂੰ ਠਾਕ ਰੋਕਣਾ ਹੁੰਦਾ ਹੈ। ਜਿਵੇਂ ਇੱਕ ਡਾਕਟਰ ਕੋਲ ਚਲੇ ਗਿਆ, ਮੇਰੀ ਜਾੜ ਦੁਖਦੀ ਸੀ, ਕਹਿੰਦੇ ਜਾੜ ਕਢਾਉਣੀ ਹੈ ਕਿ ਠਾਕ ਦਿਆਂ? ਮੈਂ ਜੀ ਉਹ ਕੀ ਹੁੰਦਾ? ਕਹਿੰਦਾ ਅਸੀਂ ਮੰਤਰ ਪੜ੍ਹਾਂਗੇ ਤੁਹਾਡੀ ਜਾੜ ਦੁੱਖਣੋਂ ਹਟ ਜਾਏਗੀ। ਮੈਂ ਜੀ ਕਰਕੇ ਵੇਖ ਲਓ। ਉਹਦੇ ਮੇਜ਼ ਸੀ, ਉਹਨੇ ਮੇਜ਼ 4 ਕੋਈ ਪਿੰਨ ਗੱਡੇ ਪੱਗ ਵਾਲੇ, ਆਲੇ ਦੁਆਲੇ ਕੋਈ ਧਾਗਾ ਜਿਹਾ ਵਲਿਆ ਹੈ, ਛੋਟੀ ਜਿਹੀ ਉਹਦੇ ਕੋਲ ਉਹ ਸੀ ਹਥੌੜੀ, ਉਹ ਠੁਕ ਠੁਕ ਕਰੀ ਗਿਆ ਅਤੇ ਮੂੰਹ 'ਚ ਕੁਛ ਪੜੀ ਗਿਆ। 1-2 ਮਿੰਟਾਂ ਬਾਅਦ ਮੈਨੂੰ ਕਹਿੰਦਾ ਦਰਦ ਹਟ ਗਈ ਹੈ? ਮੈਂ ਹਾਂ ਜੀ ਹਟ ਗਈ। ਕਹਿ ਜਾ ਫਿਰ। ਉਹਨੂੰ ਕਹਿੰਦਾ ਠਾਕਣਾ, ਦਰਦ ਰੋਕਤੀ, ਚੱਲ ਦਰਦ ਕਿਆ ਅੱਗੇ ਨਹੀਂ ਆਉਣਾ, ਰੋਕਤੀ ਉਹਨਾਂ ਨੇ। ਇਹ ਹੈ ਕਿ ਮੇਰੇ ਧਰਨ ਪੈ ਗਈ ਇੱਕ ਵਾਰ, ਸਮਝ ਹੀ ਨਾ ਆਵੇ ਜੀ ਡਾਕਟਰਾਂ ਨੂੰ। 11 ਕਿਲੋ ਮੇਰਾ ਭਾਰ 6 ਮਹੀਨੇ 'ਚ ਘਟ ਗਿਆ। ਭੁੱਖ ਲੱਗਣੋਂ ਮੈਨੂੰ ਹਟ ਗਈ। CMC ਲੁਧਿਆਣਾ, ਪਟਿਆਲਾ, ਕਈ ਥਾਵਾਂ 'ਤੇ ਮੈਂ ਗਿਆ, ਕਿਸੇ ਨੂੰ ਸਮਝ ਨਹੀਂ ਆਈ। ਇੱਕ ਲੜਕਾ ਮੇਰੇ ਕੋਲ ਟਿਊਸ਼ਨ ਪੜ੍ਹਦਾ ਸੀ, ਕਹਿੰਦੇ ਸਰ ਜੀ ਕਿਤੇ ਤੁਹਾਨੂੰ ਧਰਨ ਨਾ ਹੋਵੇ, ਉਹਦੇ ਨਾਲ ਵੀ ਭੁੱਖ ਮਰ ਜਾਂਦੀ ਹੈ। ਮੈਂ ਭਰਾਵਾ ਮੈਨੂੰ ਤਾਂ ਪਤਾ ਨਹੀਂ ਹੈਗਾ। ਕਹਿੰਦਾ ਮੈਂ ਆਪਣਾ ਭਈਆ ਸੱਦ ਕੇ ਲਿਆਉਣਾ। ਉਹ ਆ ਗਿਆ, ਕਹਿੰਦੇ ਜੀ ਕੱਪੜਾ ਧਰਤੀ 'ਤੇ ਵਿਛਾ ਲਓ। ਵਿਛਾ ਲਿਆ। ਕਹਿੰਦੇ ਲੇਟ ਜਾਓ, ਕਮੀਜ਼ ਆਪਣੀ ਧੁੰਨੀ ਤੋਂ ਚੱਕੋ। ਉਹਨੇ ਜਿਹੜਾ ਹੈ ਧਾਗੇ ਨਾਲ ਇਹ ਦੋਨੋਂ ਪਾਸੇ ਧੁੰਨੀ ਤੋਂ ਮਿਣੇ। ਮੈਨੂੰ ਕਹਿੰਦਾ ਜੀ ਤੁਹਾਡੀ 1.5 ਇੰਚ ਧਰਨ ਆਪਣੀ ਥਾਂ ਤੋਂ ਹਿੱਲ ਗਈ ਹੈ, ਮੈਂ ਮੰਤਰ ਪੜ੍ਹ ਕੇ ਇਹਨੂੰ ਸਹੀ ਥਾਂ 'ਤੇ ਕਰ ਦਿਆਂਗਾ। ਉਹਨੇ ਆਪਣਾ ਪੈਰ ਮੇਰੇ ਧੁੰਨੀ 'ਤੇ ਰੱਖਿਆ ਅਤੇ ਕੋਈ ਮੰਤਰ ਪੜ੍ਹੀ ਗਿਆ, ਨਾਲੇ ਪੱਟ 'ਤੇ ਐਂ ਕਰੀ ਗਿਆ, ਠੋਕ ਠਕ ਠਕ ਕਰੀ ਗਿਆ। ਕੋਈ ਮਿੰਟਾਂ ਬਾਅਦ ਬੱਚਿਆਂ ਦੇ ਸਾਹਮਣੇ ਉਹਨੇ ਫਿਰ ਧਰਨ ਮਿਣੀ। ਕਹਿੰਦੀ ਆਪਣੀ ਥਾਂ 'ਤੇ ਆ ਗਈ ਹੈ। ਹੁਣ ਵੀਰਵਾਰ ਦੀ ਮੈਨੂੰ ਬਖਸ਼ਿਸ਼ ਹੈ, ਪਰਸੋਂ ਨੂੰ ਮੈਂ ਆਵਾਂਗਾ, ਪੱਕੇ ਤੌਰ ਤੇ ਤੁਹਾਡੀ ਧਰਨ ਠੀਕ ਕਰਦਾ, ਮੁੜ ਕੇ ਨਹੀਂ ਪਏਗੀ। ਬੜੇ ਸਾਲ ਮੁੜ ਕੇ ਫਿਰ ਧਰਨ ਨਹੀਂ ਪਈ। ਇਹ ਵੀ ਹੈ ਠਾਕਣਾ। ਠਾਕ ਤਾਂ ਹੁੰਦੀਆਂ ਚੀਜ਼ਾਂ, ਕਿਸੇ ਨਾ ਕਿਸੇ ਕੋਲ ਕੋਈ ਨਾ ਕੋਈ ਗੁਣ ਹੁੰਦਾ ਹੈ। ਖੈਰ ਆਹ 'ਚ ਠਾਕ ਸ਼ਬਦ ਹੈ ਤਾਂ ਸਹੀ। ਰੋਗ ਮਿਟੇ ਦੁੱਖ ਠਾਕ ਰਹਾਇਆ। ਦੁੱਖ ਨੂੰ ਪਰਮਾਤਮਾ ਨੇ ਰੋਕਤਾ ਅਤੇ ਰੋਗ ਖਤਮ ਹੋ ਗਏ, ਕਿਉਂਕਿ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ। ਅਵਰ ਨਾ ਔਖਦ ਤੰਤ ਨ ਮੰਤਾ, ਹਰ ਹਰ ਸਿਮਰਨ ਕਿਲ ਵਿਖ ਹੰਤਾ। ਕਿਲ ਵਿਖ ਹੁੰਦਾ ਪਾਪ, ਹੰਤਾ ਹੁੰਦਾ ਮਾਰਨਾ। ਪਾਪਾਂ ਨੂੰ ਮਾਰਨ ਲਈ ਕਹਿੰਦੇ ਹੋਰ ਕੋਈ ਔਖਦ, ਹੋਰ ਕੋਈ ਦਵਾਈ ਨਹੀਂ ਹੈ। ਤੰਤ ਕੋਈ ਜਾਦੂ ਨਹੀਂ ਹੈ, ਮੰਤ ਕੋਈ ਟੂਣਾ ਨਹੀਂ ਹੈ। ਜਿਹੜੇ ਅੰਦਰ ਸਾਡੇ ਬੁਰਾਈਆਂ ਨੇ ਉਹਨਾਂ ਨੂੰ ਮਾਰਨ ਲਈ ਕਹਿੰਦੇ ਕੋਈ ਦਵਾਈ ਨਹੀਂ ਹੈ, ਕੋਈ ਜਾਦੂ ਟੂਣਾ ਨਹੀਂ ਹੈ। ਉਹ ਕੀ ਹੈ? ਹਰ ਹਰ ਸਿਮਰਨ ਕਿਲ ਵਿਖ ਹੰਤਾ। ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਹੀ ਸਾਡੇ ਪਾਪਾਂ ਨੂੰ ਮਾਰਦਾ ਹੈ। ਸਾਡੀਆਂ ਬੁਰਾਈਆਂ ਨੂੰ ਪਰਮਾਤਮਾ ਦਾ ਨਾਮ ਹੀ ਖਤਮ ਕਰਦਾ ਹੈ। ਬੁਰਾਈਆਂ ਕਾਰਨ ਹੀ ਦੁੱਖ ਹੈ, ਚੰਗਿਆਈਆਂ ਕਾਰਨ ਸੁੱਖ ਮਿਲਦਾ ਹੈ, ਬੁਰਾਈਆਂ ਕਾਰਨ ਦੁੱਖ ਮਿਲਦਾ ਹੈ। ਸਾਨੂੰ ਉਹੀ ਕੁਛ ਮਿਲਣਾ ਹੈ ਜੋ ਅਸੀਂ ਸੰਸਾਰ ਨੂੰ ਦਿੱਤਾ ਹੈ, ਯਾਦ ਰੱਖਿਓ। ਦੁੱਖ ਦਿੱਤਾ ਦੁੱਖ ਮਿਲੇਗਾ, ਸੁੱਖ ਦਿੱਤਾ ਸੁੱਖ ਮਿਲੇਗਾ।
ਇਸ ਲਈ ਜਿਹੜਾ ਧਾਰਮਿਕ ਬੰਦਾ ਹੈ ਕਦੇ ਮੀਟ ਨਹੀਂ ਖਾਂਦਾ। ਉਹ ਆਪਣੇ ਸਵਾਦ ਲਈ ਜਾਨਵਰ ਨੂੰ ਦੁੱਖ ਦੇਣ ਲਈ ਤਿਆਰ ਨਹੀਂ, ਮਾਰਨ ਨੂੰ ਤਿਆਰ ਨਹੀਂ ਹੁੰਦਾ। ਕਿਉਂ? ਨਾਮ ਜਪ ਜਪ ਕੇ ਬੰਦਾ ਦਿਆਲੂ ਹੋ ਜਾਂਦਾ ਹੈ, ਅਤੇ ਜਦੋਂ ਅੰਦਰ ਦਇਆ ਪੈਦਾ ਹੋ ਜਾਂਦੀ ਹੈ ਫਿਰ ਇਹ ਜੀਵ ਹੱਤਿਆ ਨਹੀਂ ਕਰਦਾ ਹੈਗਾ। ਇਹ ਆਪਣੇ ਆਪ ਹੀ ਸਮਾਂ ਪਾ ਕੇ ਛੱਡ ਜਾਂਦਾ ਹੈ। ਕਬੀਰ ਸਾਹਿਬ ਜਦੋਂ ਸਖਤ ਹਦਾਇਤ ਹੈ, ਕਬੀਰ ਸਾਹਿਬ ਨੇ ਭਾਂਗ ਮਾਛਲੀ ਸੁਰਾ ਪਾਣ ਜੋ ਜੋ ਪ੍ਰਾਣੀ ਖਾਹੇ ਵਰਤ ਨੇਮ ਤੀਰਥ ਕੀਏ ਸਭੇ ਰਸਾਤਲ ਜਾਹੇ। ਭਾਂਗ ਭੰਗ ਜਿਹੜੇ ਭੰਗ ਪੀਂਦੇ ਨੇ, ਮਾਛਲੀ ਮੱਛੀ ਪਾ ਮੀਟ, ਸੁਰਾ ਸ਼ਰਾਬ ਜਿਹੜੇ ਭੰਗ ਪੀਂਦੇ ਨੇ, ਮੀਟ ਖਾਂਦੇ ਨੇ, ਸ਼ਰਾਬ ਪੀਂਦੇ, ਕਿ ਜਿੰਨੇ ਮਰਜ਼ੀ ਤੀਰਥ ਇਸ਼ਨਾਨ ਕਰ ਲੈਣ ਕੋਈ ਗੱਲ ਨਹੀਂ ਬਣਦੀ ਹੈ। ਸਭੇ ਰਸਾਤਲ ਜਾਹੇ, ਸਭ ਨਰਕਾਂ ਨੂੰ ਜਾਣਗੇ। ਇਸ ਲਈ ਧਾਰਮਿਕ ਬੰਦੇ ਨੂੰ ਮੀਟ ਨਹੀਂ ਖਾਣਾ ਚਾਹੀਦਾ। ਸੰਸਾਰੀ ਖਾਈ ਜੋ ਮਰਜ਼ੀ, ਕਿਉਂਕਿ ਅਸੀਂ ਸਾਡੇ ਅੰਦਰ ਪਰਮਾਤਮਾ ਨੇ ਨਾਮ ਨੇ ਦਇਆ ਪੈਦਾ ਕਰਨੀ ਹੈ। ਜਦੋਂ ਦਇਆ ਅੰਦਰ ਪੈਦਾ ਹੋ ਜਾਂਦੀ ਹੈ ਫਿਰ ਬੰਦਾ ਮਾਰ ਕੇ ਖਾਣ ਨੂੰ ਜੀ ਨਹੀਂ ਕਰਦਾ ਉਸ ਤਰ੍ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਪਾਪਾਂ ਨੂੰ ਮਾਰਨ ਲਈ ਕੋਈ ਦਵਾਈ ਨਹੀਂ ਹੈ, ਕੋਈ ਜਾਦੂ ਟੂਣਾ ਨਹੀਂ ਹੈ, ਇਹ ਤਾਂ ਹਰ ਹਰ ਸਿਮਰਨ ਹੈ। ਪਰਮਾਤਮਾ ਦਾ ਸਿਮਰਨ ਹੀ ਸਾਡੇ ਪਾਪਾਂ ਨੂੰ ਖਤਮ ਕਰਦਾ ਹੈ। ਸੋ ਜਿਉਂ ਜਿਉਂ ਤੁਸੀਂ ਸਿਮਰਨ ਕਰੀ ਜਾਓ ਪਾਪ ਆਪਣੇ ਆਪ ਹੀ ਖਤਮ ਹੋਈ ਜਾਣਗੇ। ਜਦੋਂ ਪਾਪ ਖਤਮ ਹੋ ਗਏ ਦੁੱਖ ਵੀ ਖਤਮ ਹੋ ਜਾਏਗਾ। ਕਿਉਂਕਿ ਭਾਈ ਗੁਰਦਾਸ ਕਹਿੰਦੇ ਜੋ ਤੁਸੀਂ ਸੰਸਾਰ ਨੂੰ ਦਿੱਤਾ ਉਹੀ ਤੁਹਾਨੂੰ ਮਿਲਣਾ। ਦਿੱਤੇ ਹੀ ਮਿਲਣਾ, ਬਿਨਾਂ ਦਿੱਤੇ ਨਹੀਂ ਕੁਛ ਮਿਲਦਾ ਹੁੰਦਾ। ਸੰਸਾਰ ਨੂੰ ਜੋ ਤੁਸੀਂ ਦਿੱਤਾ ਉਹੀ ਤੁਹਾਨੂੰ ਮਿਲਣਾ। ਸੋ ਇਸ ਕਰਕੇ ਆਪਾਂ ਨੇ ਕੋਸ਼ਿਸ਼ ਕਰਨੀ ਹੈ ਕਿ ਕਿਸੇ ਨੂੰ ਦੁੱਖ ਨਹੀਂ ਦੇਣਾ ਹੈਗਾ, ਕਿਉਂਕਿ ਦੁੱਖ ਦਾ ਨਤੀਜਾ ਫਿਰ ਦੁੱਖ ਹੀ ਹੋਏਗਾ। ਐ ਯੂ ਸੋ ਸ਼ੈਲ ਯੂ ਰੀਪ। ਬਾਈਬਲ ਕਹਿੰਦੀ ਹੈ ਜਿਹੋ ਜਿਹਾ ਬੀਜੋਗੇ ਉਹੋ ਜਿਹੀ ਵੱਢੋਗੇ। ਸ਼ੁਭ ਕਰਮ ਕਰੋਗੇ ਸ਼ੁਭ ਨਤੀਜਾ ਨਿਕਲੇਗਾ, ਮਾੜੇ ਕੰਮ ਕਰੋਗੇ ਮਾੜਾ ਨਤੀਜਾ ਨਿਕਲੇਗਾ। ਕਣਕ ਬੀਜੀਏ ਕਣਕ ਹੀ ਵੱਢੋਗੇ, ਛੋਲੇ ਬੀਜੇ ਨੇ ਛੋਲੇ ਵੱਢੋਗੇ। ਹਿੰਦੀ ਵਾਲੇ ਕਹਿੰਦੇ ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ। ਬਬੂਲ ਕਿੱਕਰ ਨੂੰ ਕਹਿੰਦੇ, ਪੇੜ ਦਰਖਤ ਨੂੰ ਕਹਿੰਦੇ ਨੇ। ਬੋਏ ਬੀਜੇ, ਤੂੰ ਕਿੱਕਰ ਦੇ ਦਰਖਤ ਬੀਜੇ, ਅੰਬ ਕਿੱਥੋਂ ਖਾਏਗਾ? ਕਿੱਕਰਾਂ ਨੂੰ ਅੰਬ ਨਹੀਂ ਲੱਗਦੇ। ਗੁਰਬਾਣੀ ਵੀ ਵਿਅੰਗ ਕਰਦੀ ਹੈ, ਲੋੜ ਹੈ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ। ਜੱਟ ਬੀਜ ਤੇ ਕਿੱਕਰ ਹੈ, ਕਹਿੰਦਾ ਮੈਂ ਨਾ ਬਜਨੌਰ ਦੀਆਂ ਦਾਖਾਂ ਖਾਣੀਆਂ। ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਹੱਦ 'ਤੇ ਬਿਜਨੌਰ ਦਾ ਇਲਾਕਾ ਜਿੱਥੋਂ ਦੀ ਡਰਾਈ ਫਰੂਟ ਬਹੁਤ ਪ੍ਰਸਿੱਧ ਹੈ, ਉੱਥੋਂ ਦੀਆਂ ਦਾਖਾਂ ਖਾਣਾ ਚਾਹੁੰਦਾ, ਬੀਜ ਕਿੱਕਰ ਰਿਹਾ ਹੈ। ਵੀ ਕਿਵੇਂ ਹੋ ਸਕਦਾ ਹੈ? ਅਤੇ ਬਾਈਬਲ ਦੇ 2000 ਸਾਲ ਪਹਿਲਾਂ ਕਿਤੇ ਐ ਯੂ ਸੋ ਸ਼ੈਲ ਯੂ ਰੀਪ। ਜਿਹੋ ਜਿਹਾ ਬੀਜੋਗੇ ਉਹੋ ਜਿਹੀ ਵੱਢੋਗੇ। ਬਾਈਬਲ ਕਹਿੰਦੀ ਜਿਹੜਾ ਤਲਵਾਰ ਦੇ ਜ਼ੋਰ ਨਾਲ ਜਿਉਂਦਾ ਹੈ ਉਹ ਤਲਵਾਰ ਦੇ ਘਾਟ ਉਤਾਰਿਆ ਜਾਂਦਾ ਹੈ। ਜਿਹੜਾ ਤਲਵਾਰ ਦੇ ਜ਼ੋਰ ਨਾਲ ਜਿਉਂਦਾ ਤਲਵਾਰ ਦੇ ਘਾਟ ਹੀ ਉਤਾਰਿਆ ਜਾਂਦਾ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੈ ਸਾਡਾ ਜੀਵਨ ਸਹੀ ਹੋ ਜਾਏ। ਸਹੀ ਜੀਵਨ ਹੀ ਸੁਖੀ ਜੀਵਨ ਹੁੰਦਾ ਹੈ। ਕਈ ਵਾਰੀ ਜੀਵਨ ਬਿਲਕੁਲ ਸਹੀ ਹੁੰਦਾ ਹੈ, ਮਗਰਲਾ ਕੋਈ ਮਾੜਾ ਕਰਮ ਸਾਹਮਣੇ ਆ ਜਾਂਦਾ, ਸਿਆਪਾ ਖੜਾ ਹੋ ਜਾਂਦਾ ਕੋਈ ਨਾ ਕੋਈ। ਹੁਣ ਦੇ ਕਰਮ ਕਾਰਨ ਨਹੀਂ ਹੁੰਦਾ। ਸਪੋਜ਼ ਕਰੋ ਮੈਂ ਤੁਰਿਆ ਜਾ ਰਿਹਾ ਹਾਂ, ਠੀਕ ਹੈ, ਮੇਰੇ ਨਾਲ 3-4 ਬੰਦੇ ਕੋਈ ਮਾੜਾ ਕੰਮ ਕਰਕੇ ਕੁਦਰਤੀ ਆਏ ਨੇ, ਉਹ ਰਲ ਜਾਂਦੇ, ਠੀਕ ਹੈ। ਉਹ ਮੇਰੇ ਨਾਲ ਗੱਲਾਂ ਕਰ ਲੈ, ਬਾਬਾ ਜੀ ਕਿੱਥੇ ਚੱਲੇ? ਮੈਂ ਜੀ ਪਟਿਆਲੇ ਚੱਲਿਆ। ਅਸੀਂ ਵੀ ਉੱਥੇ ਹੀ ਚੱਲੇ, ਗੱਲਾਂ ਚੱਲੇ ਹੈ। ਮਗਰੋਂ ਕਿਸੇ ਨੇ ਪੁਲਿਸ ਨੂੰ ਸੂਹ ਦੇਤੀ ਵੀ ਇਹ ਜਿਨ੍ਹਾਂ ਨੇ ਕੀਤਾ ਸੀ ਨਾ ਕਤਲੇਆਮ ਜੋ ਵੀ ਕੀਤਾ ਸੀ ਉਹ ਜਾ ਰਹੇ ਨੇ ਆਹ ਫਲਾਣੇ ਰਾਹ, ਉਹਨਾਂ ਵਿੱਚੇ ਮੈਨੂੰ ਵੀ ਫੜ ਲੈਣ, ਆ ਜਾ ਵੀ ਤੂੰ ਵੀ ਵਿੱਚੇ ਹੀ।
ਉਹ ਮਗਰੋਂ ਫਿਰ ਮੁਕੱਦਮਾ ਚੱਲੀ ਜਾਊਗਾ, ਮੈਂ ਬਰੀ ਹੋ ਜਾ, ਗੱਲ ਵੱਖਰੀ ਹੈ, ਪਰ ਬਿਨਾਂ ਕਿਸੇ ਕਸੂਰ ਦੇ ਹੀ ਫਸ ਗਿਆ ਬੰਦਾ। ਅਜਿਹਾ ਕਿਉਂ ਹੁੰਦਾ? ਹੁਣ ਕੋਈ ਮਾੜਾ ਕਰਮ ਨਹੀਂ ਕੀਤਾ, ਪਿਛਲੇ ਜਨਮ ਦੇ ਮਾੜੇ ਕਰਮ ਦੀ ਵਾਰੀ ਆ ਗਈ, ਇਸ ਲਈ ਮੁਸੀਬਤ ਖੜੀ ਹੋ ਗਈ। ਇਸ ਲਈ ਵੀ ਕਈ ਵਾਰੀ ਮੁਸੀਬਤ ਖੜੀ ਗਈ। ਬਰਦਰ ਦੇ ਸਾਲੇ ਦਾ ਜਿਹੜੇ ਦੋਸਤ ਜਿਹੜੇ ਸੀ, ਉਹ 3 ਭਰਾ ਸਨ। ਉਹਨਾਂ 'ਚੋਂ ਇੱਕ ਬੰਦਾ ਜਿਹੜਾ ਹੈ ਭਰਾ, ਉਹ ਸਾਧ ਬਣ ਗਿਆ। 14 ਸਾਲ ਉਹ ਘਰ ਨਹੀਂ ਆਇਆ। ਅੱਗੇ ਕਿਤੇ ਜਾ ਰਿਹਾ ਸੀ, ਰਾਹ 'ਚ ਉਹਨਾਂ ਦਾ ਪਿੰਡ ਆ ਗਿਆ। ਉਹਨੇ ਕਿਹਾ ਚੱਲ ਮੈਂ ਜਾਂਦਾ ਜਾਂਦਾ ਆਪਣੇ ਭਰਾਵਾਂ ਨੂੰ ਮਿਲ ਚੱਲਾਂ। ਉਹ ਆ ਗਿਆ ਹੈ। ਅਗਲੇ ਦਿਨ ਉਹ ਖੂਹ 'ਤੇ ਇਸ਼ਨਾਨ ਕਰ ਰਿਹਾ ਹੈ। ਉਹ ਸਾਧ, ਉਹਦੇ ਭਰਾਵਾਂ ਦੀ ਖੇਤ ਵਿੱਚ ਦੁਸ਼ਮਣਾਂ ਨਾਲ ਲੜਾਈ ਹੋ ਪਈ। ਉੱਥੇ ਕਿਰਪਾਨਾਂ ਡਾਂਗਾਂ ਚੱਲ ਪਈਆਂ। ਵਿਰੋਧੀਆਂ ਨੇ ਉਸ ਸਾਧ ਦਾ ਨਾਂ ਵੀ ਵਿੱਚ ਹੀ ਲਿਖਾਤਾ ਵੀ ਇਹ ਵੀ ਮਾਰਨ 'ਚ ਸੀ। ਹਾਲਾਂਕਿ ਵਿਚਾਰਾ ਸਿਰ ਧੋ ਰਿਹਾ ਸੀ ਖੂਹ 'ਤੇ, ਨਾਂ ਲਿਖਾਤਾ। ਗਵਾਹੀਆਂ ਇੰਨੀਆਂ ਤਗੜੀਆਂ ਹੋ ਗਈਆਂ ਕਿ 3 ਭਰਾਵਾਂ ਨੂੰ 14-14 ਸਾਲ ਦੀ ਸਜ਼ਾ ਹੋ ਗਈ। ਉਹਦੇ ਹੱਥ 'ਚ ਮਾਲਾ ਫੜੀ ਸੀ। ਜਦ ਜੱਜ ਨੇ ਕਿਹਾ 14 ਸਾਲ ਦੀ ਸਜ਼ਾ, ਮਾਲਾ ਹੱਥ 'ਚ ਡਿੱਗ ਪਈ ਵੀ ਮੈਂ ਕਸੂਰ ਹੀ ਕੋਈ ਨਹੀਂ ਕੀਤਾ, ਅਤੇ ਫਿਰ ਵੀ ਮੈਨੂੰ 14 ਸਾਲ ਦੀ ਸਜ਼ਾ ਹੋ ਗਈ ਹੈ। ਧਰਮ ਕਹਿੰਦਾ ਹੈ ਕਿਉਂਕਿ ਕਿਸੇ ਨਾ ਕਿਸੇ ਜਨਮ ਦੇ ਵਿੱਚ ਤੈਨੂੰ ਇੰਨੀ ਸਜ਼ਾ ਹੋਣੀ ਸੀ, ਪਰ ਤੂੰ ਉਹ ਕਰਕੇ ਭੱਜ ਗਿਆ, ਪੁਲਿਸ ਦੇ ਹੱਥ ਨਹੀਂ ਆਇਆ। ਉਦੋਂ ਤਾਂ ਬਚ ਗਿਆ ਤੂੰ, ਪਰ ਕਰਮ ਤੇਰਾ ਖੜਾ ਹੈ, ਹੁਣ ਸਜ਼ਾ ਮਿਲ ਗਈ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਅਤੇ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਕਸੂਰ ਹੀ ਕੋਈ ਨਹੀਂ ਹੈ ਅਤੇ ਮੈਨੂੰ ਸਜ਼ਾ ਮਿਲ ਰਹੀ ਹੈ। ਇੱਕ ਵਾਰੀ ਮਰਦਾਨਾ ਜੀ ਗੁਰੂ ਨਾਨਕ ਦੇਵ ਨੇ ਕਹਿੰਦੇ ਜੀ ਬਾਬਰ ਨੇ ਹਮਲਾ ਕੀਤਾ, ਠੀਕ ਹੈ, 2 ਰਾਜੇ ਦੀ ਅਤੇ ਬਾਬਰ ਦੀ ਲੜਾਈ ਹੋਈ, ਪਰ ਬਾਬਰ ਨੇ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਵੀ ਮਾਰ ਦਿੱਤਾ ਜਿਹੜੇ ਲੜਾਈ 'ਚ ਸ਼ਾਮਲ ਹੀ ਨਹੀਂ ਸਨ। ਅਜਿਹਾ ਕਿਉਂ ਹੋਇਆ ਹੈ? ਗੁਰੂ ਨਾਨਕ ਦੇਵ ਕਹਿੰਦੇ ਕੁਝ ਦਿਨਾਂ ਨੂੰ ਤੈਨੂੰ ਜਵਾਬ ਦਿਆਂਗਾ ਵੀ ਨਿਰਦੋਸ਼ ਕਿਉਂ ਮਾਰੇ ਗਏ। ਕਿਸੇ ਪਿੰਡ ਦੇ ਵਿੱਚੋਂ ਪਰੌਂਠੇ ਆ ਗਏ, ਪਨੀਰੀ ਚੂਰੀ ਆ ਗਈ ਖਾਣ। ਗਰਮੀਆਂ ਦਾ ਮੌਸਮ ਸੀ। ਮਰਦਾਨਾ ਜੀ ਨੇ ਕਮੀਜ਼ ਲਾਈ ਹੋਈ ਹੈ, ਕਿੱਕਰ ਹੇਠਾਂ, ਨੇੜੇ ਹੋਰ ਦਰਖਤ ਹੀ ਕੋਈ ਨਹੀਂ ਸੀ, ਕਿੱਕਰ ਹੇਠਾਂ ਲੇਟੇ ਹੋਏ ਨੇ। ਗੁਰੂ ਮਹਾਰਾਜ ਕਹਿੰਦੇ ਮਰਦਾਨਾ ਜੀ ਲੰਗਰ ਆ ਕੇ ਲੰਗਰ ਛਕ ਲਓ। ਤੁਸੀਂ ਖਾ ਪੀ ਲਿਆ ਹੈ। ਕੁਝ ਘਿਓ ਦੇ ਤੁਪਕੇ ਛਾਤੀ ਦੇ ਉੱਤੇ ਡਿੱਗ ਪਏ ਨੇ। ਮਰਦਾਨਾ ਜੀ ਨੀਂਦ ਆਈ, ਲੇਟ ਗਏ ਨੇ। ਨੇੜੇ ਕਿਤੇ ਕੀੜੀਆਂ ਸਨ। ਕੀੜੀਆਂ ਘਿਓ ਮਿੱਠੇ 'ਤੇ ਛੇਤੀ ਆਉਂਦੀਆਂ ਨੇ। ਕੁਝ ਕੀੜੀਆਂ ਛਾਤੀ 'ਤੇ ਚੜ੍ਹ ਗਈਆਂ ਨੇ। ਇੱਕ ਕੀੜੀ ਲੜ ਗਈ। ਮਰਦਾਂ ਨੇ ਉੱਬੜਵਾਏ ਉੱਠੇ, ਸਾਰੀਆਂ ਮਸਲਤੀਆਂ। ਗੁਰੂ ਨਾਨਕ ਦੇਵ ਕਹਿੰਦੇ ਮਰਦਾਨਾ ਜੀ ਤੁਹਾਨੂੰ ਇੱਕ ਕੀੜੀ ਲੜੀ, ਆ 14-15 ਤੁਸੀਂ ਕਿਉਂ ਮਾਰਤੀਆਂ ਨੇ? ਇਹਨਾਂ ਦਾ ਕੀ ਕਸੂਰ ਸੀ? ਕਹਿੰਦਾ ਜੀ ਇਹਨਾਂ ਨੇ ਭੈੜੀ ਕੀੜੀ ਦੀ ਸੰਗਤ ਕੀਤੀ ਸੀ, ਇਸ ਲਈ ਮਾਰੀਆਂ ਗਈਆਂ। ਬਸ ਕਹਿੰਦੇ ਫਿਰ ਉਹ ਉੱਥੇ ਵੀ ਇਸੇ ਤਰ੍ਹਾਂ ਹੀ ਹੋਇਆ। ਅਸੀਂ ਕਈ ਵਾਰੀ ਭੈੜਿਆਂ ਦੀ ਸੰਗਤ ਕਰਦੇ ਹਾਂ। ਸਜ਼ਾ ਤਾਂ ਭੈੜੇ ਨੂੰ ਮਿਲਣੀ ਹੁੰਦੀ ਹੈ, ਪਰ ਕਿਉਂਕਿ ਅਸੀਂ ਉਹਦੀ ਸੰਗਤ ਕਰ ਰਹੇ ਹਾਂ, ਅਸੀਂ ਵਿੱਚ ਹੀ ਉੜੀਕੇ ਚੱਲਦੇ ਹਾਂ। ਕਹਿੰਦੇ ਇਸ ਲਈ ਕਈ ਵਾਰੀ ਨਿਰਦੋਸ਼ ਮਾਰੇ ਜਾਂਦੇ ਹਨ। ਸੋ ਇਸ ਕਰਕੇ ਇੱਥੇ ਤਾਂ ਨਿਰਦੋਸ਼ ਮਾਰੇ ਜਾਂਦੇ, ਅਤੇ ਜੇ ਅਸੀਂ ਦੋਸ਼ ਵਾਲੇ ਹੋਵਾਂਗੇ ਫਿਰ ਸਾਡਾ ਬਚਾਅ ਕਿੱਥੇ ਹੈ? ਸੋ ਗੁਰੂ ਮਹਾਰਾਜ ਕਹਿੰਦੇ ਤੂੰ ਆਪ ਭੁਲਾਵੇਂ ਨਾਮ ਵਿਸਾਰ। ਹੇ ਪਰਮਾਤਮਾ ਤੂੰ ਨਾਮ ਭੁਲਾ ਦਿੰਦਾ ਬੰਦੇ ਨੂੰ। ਤੂੰ ਆਪ ਹੀ ਨਾਮ ਵਿਸਾਰ ਦੇਣਾ, ਭੁਲੇਖੇ 'ਚ ਪਾ ਦਿੰਦਾ, ਉਹਨੂੰ ਭੁਲਾ ਦਿੰਦਾ। ਨਾਮ ਵਿਸਾਰ ਦਿੰਦਾ ਉਹ। ਤੂੰ ਆਪੇ ਰੱਖੈ ਕਿਰਪਾ ਧਾਰ।
ਤੇ ਜਿਸ ਦੀ ਤੂੰ ਰੱਖਿਆ ਕਰਨੀ ਹੈ ਉਸ 'ਤੇ ਤੂੰ ਆਪੇ ਕਿਰਪਾ ਕਰ ਦੇਣਾ। ਭੁਲਾਉਣ ਵਾਲਾ ਵੀ ਉਹੀ ਤੇ ਰੱਖਿਆ ਕਰਨ ਵਾਲਾ ਵੀ ਉਹੀ। ਤਾਂ ਕਿ ਪ੍ਰਭ ਡੋਰੀ ਹਾਥ ਤੁਮਾਰੇ, ਅਸੀਂ ਤੇ ਪਤੰਗ ਹਾਂ। ਜਿਹੜੀ ਡੋਰ ਹੈ ਉਹ ਤੇ ਪਰਮਾਤਮਾ ਦੇ ਹੱਥ 'ਚ ਹੈ, ਉਹਦੀ ਮਰਜ਼ੀ ਹੈ। ਪਤੰਗ ਗੁੱਡੀ ਸਾਡੀ ਉੱਪਰ ਚੜ੍ਹਾ ਦੇ ਹੈ। ਕਈ ਵਾਰੀ ਕਹਿੰਦਾ ਫਲਾਣੇ ਦੀ ਗੁੱਡੀ ਬੜੀ ਚੜੀ ਹੈ ਜੀ, ਬੱਲੇ ਬੱਲੇ ਕਿਦਾ ਇਹਦੀ ਗੁੱਡੀ ਚੜੀ ਹੋਈ ਹੈ ਜੀ। ਪਰਮਾਤਮਾ ਦੀ ਮਰਜ਼ੀ, ਕਿਹਦੀ ਗੁੱਡੀ ਚੜ੍ਹਾ ਦੇ, ਕਿਹਦੀ ਗੁੱਡੀ ਲਾ ਦੇ, ਉਹਨੇ ਕੀ ਹੈ। ਪਤੰਗ ਵਾਲੇ ਦੀ ਮਰਜ਼ੀ, ਜਿਹੜਾ ਪਤੰਗ ਉਹਦਾ ਮਰਜ਼ੀ ਹੈ ਨਾ, ਉਹਦੀ ਪਤੰਗ ਉੱਚਾ ਕਰਦੇ ਨੀਵਾਂ ਕਰਦੇ। ਰੋਗ ਭਰਮ ਭੇਦ ਮਨ ਦੂਜਾ, ਗੁਰ ਬਿਨ ਭਰਮ ਜਪੈ ਜਪ ਦੂਜਾ। ਗੁਰੂ ਦੇ ਆਖੇ ਲੱਗਦੇ ਨਹੀਂ ਹੈਗੇ। ਅੰਦਰ ਰੋਗ, ਅੰਦਰ ਭਰਮ, ਅੰਦਰ ਭੇਦ, ਮਨ 'ਚ ਦਵੈਤ ਭਾਵ ਪੈਦਾ ਹੋ ਜਾਂਦਾ ਹੈ। ਫਿਰ ਗੁਰੂ ਤੋਂ ਬਿਨਾਂ ਮਨੁੱਖ ਭਰਮ 'ਚ ਪੈ ਜਾਂਦਾ ਹੈ। ਨਾਮ ਨਹੀਂ, ਪਰਮਾਤਮਾ ਦਾ ਨਾਮ ਨਹੀਂ ਜਪਦਾ, ਜਪੈ ਜਪ ਦੂਜਾ। ਹੋਰ ਕਿਸੇ ਦਾ ਜਾਪ ਕਰਦਾ ਹੁੰਦਾ, ਹੋਰ ਕਿਸੇ ਨੂੰ ਯਾਦ ਕਰਦਾ ਹੁੰਦਾ, ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਆਦਿ ਪੁਰਖ ਗੁਰ ਦਰਸ਼ਨ ਨਾ ਦੇਖੈ, ਵਿਨ ਗੁਰ ਸ਼ਬਦ ਜਨਮ ਕੇ ਲਿਖੈ। ਆਦਿ ਪੁਰਖ ਪਰਮਾਤਮਾ, ਨਾ ਕਹਿੰਦੇ ਪਰਮਾਤਮਾ ਦੇ ਦਰਸ਼ਨ ਕਰਦਾ, ਨਾ ਗੁਰੂ ਦੇ ਦਰਸ਼ਨ ਕਰਦਾ। ਵਿਨ ਗੁਰ ਸ਼ਬਦ, ਗੁਰੂ ਦੇ ਸ਼ਬਦ ਤੋਂ ਬਿਨਾਂ ਜਨਮ ਕੇ ਲਿਖ ਹੈ। ਜਨਮ ਕਿਸ ਲੇਖ 'ਚ ਹੈ? ਕਿਸੇ ਕੰਮ ਨਹੀਂ। ਇਹ ਜੀਵਨ ਕਿਸੇ ਲੇਖੇ 'ਚ ਹੀ ਨਹੀਂ ਹੈਗੇ ਜਿਨ੍ਹਾਂ 'ਚ ਅਸੀਂ ਗੁਰੂ ਦੇ ਸ਼ਬਦ ਦਾ ਜਾਪ ਨਹੀਂ ਕਰਦੇ। ਦੇਖ ਅਚਰਜ ਰਹੇ ਬਿਸਮਾਦ, ਘਾਟ ਕਰ ਸੁਰ ਨਰ ਸਹਿਜ ਸਮਾਦ। ਪਰਮਾਤਮਾ ਘਾਟ ਘਾਟ ਹਰ ਇੱਕ ਸਰੀਰ ਦੇ ਵਿੱਚ ਹੈ। ਸੁਰ ਦੇਵਤਿਆਂ ਦੇ ਵਿੱਚ ਵੀ ਹੈ, ਨਰ ਮਨੁੱਖਾਂ ਦੇ ਵਿੱਚ ਵੀ ਹੈ। ਸਹਿਜ ਸਮਾਧੀ ਲਾਈ ਬੈਠਾ ਸਭ ਦੇ ਅੰਦਰ। ਦੇਖ ਅਚਰਜ ਰਹੇ ਬਿਸਮਾਦ, ਜਦੋਂ ਮਨੁੱਖ ਦੇ ਤੀਜਾ ਨੇਤਰ ਖੁੱਲ੍ਹਦਾ ਹੈ ਉਹ ਫਿਰ ਇਸ ਤਰ੍ਹਾਂ ਵੇਖ ਕੇ ਵਿਸਮਾਦ ਅਵਸਥਾ 'ਚ ਆ ਜਾਂਦਾ ਹੈ। ਵਿਸਮਾਦ ਅਵਸਥਾ ਉਹ ਹੁੰਦੀ ਜਿੱਥੇ ਖੁਸ਼ੀ ਅਤੇ ਹੈਰਾਨੀ ਇਕੱਠੀ ਹੋਵੇ। ਮੰਨ ਲਓ ਤੁਸੀਂ ਪਹਿਲੀ ਵਾਰ ਬਹੁਤ ਉੱਚੀ ਬਿਲਡਿੰਗ ਵੇਖੀ ਹੈ ਅਤੇ ਹੈ ਵੀ ਬੜੀ ਸੁੰਦਰ ਹੈ। ਤੁਸੀਂ ਕਹੋ ਬੱਲੇ ਬੱਲੇ ਬੱਲੇ, ਕਿੱਡੀ ਵੱਡੀ, ਕਿੰਨੀ ਸੁੰਦਰ ਹੈ। ਇਹ ਵਿਸਵਾਦ ਅਵਸਥਾ 'ਚ ਆ ਜਾਵੇ। ਇੱਕ ਵਾਰੀ ਗੁਰੂ ਮਹਾਰਾਜ ਫੁੱਲ ਨੂੰ ਵੇਖ ਰਹੇ ਨੇ। ਫੁੱਲ ਨੂੰ ਵੇਖਦਿਆਂ 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 ਜਿਸ ਨੇ ਫੁੱਲ ਬਣਾਇਆ ਉਹਦੇ ਵੱਲ ਗੁਰੂ ਮਹਾਰਾਜ ਦਾ ਧਿਆਨ ਚਲਿਆ ਗਿਆ। ਕਿਸੇ ਨੇ ਪੁੱਛਿਆ, ਮਹਾਰਾਜ ਤੁਸੀਂ ਫੁੱਲ ਨੂੰ ਬੜੇ ਧਿਆਨ ਨਾਲ ਵੇਖਿਆ, ਪਸੰਦ ਹੈ? ਕਹਿੰਦੇ ਨਹੀਂ ਭਾਈ, ਅਸੀਂ ਫੁੱਲ ਨੂੰ ਵੇਖਿਆ ਵੀ ਇੰਨਾ ਸੋਹਣਾ ਫੁੱਲ, ਇਹਨੂੰ ਬਣਾਉਣ ਵਾਲਾ ਕਿੰਨਾ ਸੋਹਣਾ ਹੋਵੇਗਾ। ਇੰਨਾ ਸੋਹਣਾ ਫੁੱਲ, ਇਹਨੂੰ ਬਣਾਉਣ ਵਾਲਾ ਕਿੰਨਾ ਸੋਹਣਾ ਹੋਵੇਗਾ। ਕਹਿੰਦਾ ਸਾਡਾ ਤਾਂ ਉੱਥੇ ਤੱਕ ਧਿਆਨ ਚਲੇਗਾ। ਤਾਂ ਹੀ ਕੁਦਰਤ ਦਿਸਦਾ, ਕੁਦਰਤ ਸੁਣੀ। ਪਰਮਾਤਮਾ ਕੁਦਰਤ ਦੇ ਵਿੱਚ ਵਸਦਾ ਹੈ। ਇਹ ਸਾਰਾ ਉਸੇ ਦਾ ਹੀ ਬਣਾਇਆ ਹੋਇਆ ਹੈ। ਜਿਵੇਂ ਕਿ ਸੋਹਣੇ ਬੱਚੇ ਨੂੰ ਵੇਖ ਕੇ ਆਪਾਂ ਅੰਦਾਜ਼ਾ ਲਾਣੇ ਇਹਦੀ ਮਾਂ ਜਾਂ ਬਾਪ ਜ਼ਰੂਰ ਸੋਹਣਾ ਹੋਏਗਾ। ਦੋਨਾਂ ਜੀਆਂ 'ਚ ਇੱਕ ਜ਼ਰੂਰ ਸੋਹਣਾ ਹੋਏਗਾ ਜਿਨ੍ਹਾਂ ਦਾ ਬੱਚਾ ਇੰਨਾ ਸੋਹਣਾ ਹੈ। ਜਿਵੇਂ ਕਈ ਬੱਚੇ ਬੜੇ ਮਾਸੂਮ ਚਿਹਰੇ ਵਾਲੇ ਹੁੰਦੇ ਨੇ, ਚਿਹਰੇ ਤੋਂ ਪਤਾ ਲੱਗਦਾ ਇਹ ਮਾਸੂਮ ਹੈ, ਕੋਈ ਬਾਲ ਛਾਲ ਕਪਟ ਉਹਦੇ ਅੰਦਰ ਹੈ ਨਹੀਂ ਹੈਗਾ। ਇਹ ਦਿਲ ਕੀ ਬਾਤ ਬਤਾ ਦੇਤਾ ਹੈ, ਅਸਲੀ ਨਕਲੀ ਚਿਹਰਾ। ਸਭ ਵਿਸਮਾਦ ਅਵਸਥਾ ਚਲਾ ਜਾਂਦਾ ਬੰਦਾ। ਪਰਪੁਰ ਧਾਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। ਭਰਪੂਰ ਦਾ ਪਰਿਪੂਰਨ, ਪਰਮਾਤਮਾ ਪਰਿਪੂਰਨ ਹੈ, ਸਭ ਥਾਵਾਂ 'ਤੇ ਵਸਦਾ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਨਹੀਂ ਵਸਦਾ ਹੈ। ਉਹ ਸਾਡੇ ਮਨ ਦੇ ਵਿੱਚ ਵੀ ਟਿਕਿਆ ਹੋਇਆ ਹੈ। ਹਰ ਇੱਕ ਦੇ ਮਨ ਦੇ ਵਿੱਚ ਉਹ ਵਸਦਾ ਹੈ। ਤੁਮ ਸੰਸਰ ਅਵਰ ਕੋ ਨਾਹੀ। ਹੇ ਪਰਮਾਤਮਾ, ਤੇਰੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ ਹੈ। ਪਰਮਾਤਮਾ ਵਰਗਾ ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ ਹੈ।
ਸੋ ਇਸ ਲਈ ਇਹੋ ਜਿਹੇ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਰਹੀਦਾ ਜਿੰਨਾ ਵੀ ਸਮਾਂ ਮਿਲੇ। ਜਿਵੇਂ ਤੁਹਾਨੂੰ ਦੱਸਿਆ, ਜ਼ਰੂਰ ਕਰ ਥੋੜ੍ਹੇ ਮਿੰਟ ਇਸ ਤਰ੍ਹਾਂ ਅਭਿਆਸ ਕਰਿਆ ਕਰੋ। ਫਿਰ ਅਭਿਆਸ ਕਰਦਿਆਂ ਕਰਦਾ ਸਾਡਾ ਸਮਾਂ ਵੱਧਦਾ ਜਾਏਗਾ। ਕਿਉਂਕਿ ਇਸ ਤਰ੍ਹਾਂ ਅਭਿਆਸ ਕਰਨਾ ਤੁਸੀਂ ਐਕਟਿਵ ਰਹੋਗੇ। ਜੇ ਮੰਨ ਲਓ ਵੈਸੇ ਹੀ ਅੱਖਾਂ ਬੰਦ ਕਰ ਰਹੇ, ਵਾਹਿਗੁਰੂ 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 ਕਰ ਰਿਹਾ, ਇਹ ਚੱਕਰ ਆਉਣੇ ਸ਼ੁਰੂ ਕਰਦੇ ਬਾਜ਼ਾਰ ਦੇ। ਮੂੰਹ ਕਰ ਰਿਹਾ ਵਾਹਿਗੁਰੂ ਵਾਹਿਗੁਰੂ। ਜਦ ਤੁਸੀਂ ਸਵਾਸਾਂ ਨਾਲ ਕਰੋਗੇ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਏਗਾ। ਟਿਕਿਆ ਹੋਇਆ ਮਨ ਸ਼ਕਤੀਸ਼ਾਲੀ ਹੁੰਦਾ ਹੈ। ਜਦੋਂ ਮਨ ਟਿਕਦਾ ਉਦੋਂ ਰਿੱਧੀਆਂ ਸਿੱਧੀਆਂ ਬੰਦੇ ਨੂੰ ਪ੍ਰਾਪਤ ਹੋ ਜਾਂਦੀਆਂ। ਇਸ ਕਰਕੇ ਇਹ ਜਿਹੜਾ ਹੈ ਇਸ ਤਰ੍ਹਾਂ ਤੁਸੀਂ ਅਭਿਆਸ ਕਰਿਆ ਕਰਨਾ। ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।